ਸਤਨਾਮ ਧੰਨ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਬਚਾਓ। ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ। ਆਪਣੀ ਵਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ। ਆਪਣੀ ਵਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ। ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ। ਢੋਲਨ ਤੇ ਰੱਖੋ ਪ੍ਰਭੂ। ਢੋਲਨ ਤੇਰਾ ਰੱਖੋ ਪ੍ਰਭੂ। ਨਾਨਕ ਤੇ ਕਰ ਹੱਥ। ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਚਬਰ ਸ਼ਤਰ ਤਖਤ ਦੇ ਮਾਲਿਕ ਸਾਹਿਬੇ ਕਮਾਲ ਵਾਲੀਏ ਕੁਲ ਆਲਮ ਬਾਬਿਆਂ ਦੇ ਬਾਬੇ ਪੀਰਾਂ ਦੇ ਪੀਰ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਆਨਾ ਵਿਖੇ ਐਤਵਾਰ ਦੇ ਸਮਾਗਮਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਗੱਜ ਵੱਜ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਇੱਕ ਹੁੰਦਾ ਹੈ ਪੁੱਤਰ, ਇੱਕ ਹੁੰਦਾ ਹੈ ਪੁੱਤਰ ਤੇ ਇੱਕ ਹੁੰਦਾ ਹੈ ਸੁਪੁੱਤਰ। ਕਪੁੱਤਰ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਆਪਣੇ ਬਾਪ ਦੇ ਵੱਲੋਂ ਦਿੱਤੀ ਹੋਈ ਜਾਇਦਾਦ ਜਾਂ ਬਾਪ ਦੀ ਮਾਨ ਮਰਿਆਦਾ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।
ਪੁੱਤਰ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਬਾਪ ਦੇ ਵੱਲੋਂ ਦਿੱਤੀ ਹੋਈ ਜਾਇਦਾਦ ਦਾ ਮਾਨ ਮਰਿਆਦਾ ਨੂੰ ਉੱਥੇ ਤੱਕ ਹੀ ਕਾਇਮ ਕਰਦਾ ਹੈ, ਅੱਗੇ ਨਹੀਂ ਵਧਾਉਂਦਾ। ਤੇ ਪੁੱਤਰ ਉਸ ਨੂੰ ਕਹਿੰਦੇ ਹਾਂ ਜਿਹੜਾ ਆਪਣੇ ਬਾਪ ਵੱਲੋਂ ਦਿੱਤੀ ਜਾਇਦਾਦ ਦੇ ਵਿੱਚ ਵਾਧਾ ਕਰਦਾ ਔਰ ਉਹਦੇ ਮਾਨ ਤੇ ਸਤਿਕਾਰ ਦੇ ਵਿੱਚ ਚਾਰ ਚੰਨ ਲਾ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਹਨ ਤੂੰ ਪੁੱਤਰਾਂ ਤੋਂ ਸੁਪੁੱਤਰ ਬਣ ਜਾਵੇਂਗਾ ਜੇ ਤੂੰ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੇ ਆਪਣੀ ਜ਼ਿੰਦਗੀ ਚਲਾਵੇਂਗਾ ਔਰ ਉਹਨਾਂ ਬਜ਼ੁਰਗਾਂ ਵੱਲੋਂ ਪਾਏ ਹੋਏ ਪੂਰਨਾਂ ਤੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰੇਗਾ। ਮਹਾਰਾਜ ਦਾ ਫਰਮਾਨ ਹੈ ਬਾਣੀਆਂ ਕਹਾਣੀਆਂ, ਬਾਬਿਆਂ ਦੀਆਂ ਕਹਾਣੀਆਂ, ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਆਪਣੇ ਗੁਰੂ ਸਾਹਿਬਾਨਾਂ ਦੀਆਂ ਕਹਾਣੀਆਂ, ਗੁਰੂ ਨਾਨਕ ਸਾਹਿਬ ਦੇ ਘਰ ਦੇ ਉਹਨਾਂ ਮਹਾਨ ਯੋਧਿਆਂ ਦੀਆਂ ਕਹਾਣੀਆਂ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਘਰੇ ਪੁੱਤਰਾਂ ਤੋਂ ਸੁਪੁੱਤਰ ਬਣ ਜਾਂਦਾ। ਗੁਰਦੁਆਰਾ ਸਾਹਿਬ ਦਾ ਨਾਮ ਹੈ ਨਾਨਕ ਪ੍ਰਕਾਸ਼। ਪਿਛਲੀ ਵਾਰ ਵੀ ਮੇਰੇ ਮਨ ਵਿੱਚ ਸੀਗਾ ਕਿ ਮੈਂ ਨਾਨਕ ਸ਼ਬਦ ਦੇ ਅਰਥ ਕਰਾਂ, ਸਾਨੂੰ ਪਤਾ ਲੱਗੇ ਵੀ ਨਾਨਕ ਸ਼ਬਦ ਦੇ ਵਿੱਚ ਕਿੰਨੀ ਕੁ ਗਹਿਰਾਈ ਹੈ। ਕਿਉਂਕਿ ਅਸੀਂ ਜਦੋਂ ਗੁਰਮੁਖੀ ਵਿੱਚ ਨਾਨਕ ਸ਼ਬਦ ਲਿਖਦੇ ਹਾਂ ਤੇ ਸਾਨੂੰ ਲਿਖਣ ਵਾਸਤੇ ਦੋ ਨੰਨੇ ਚਾਹੀਦੇ ਹਨ ਤੇ ਦੋ ਨੰਨਿਆਂ ਦੇ ਵਿਚਕਾਰ ਇੱਕ ਅਸੀਂ ਕੰਨਾ ਪਾਉਂਦੇ ਹਾਂ ਤੇ ਆਖਰੀ ਅਸੀਂ ਲਿਖਦੇ ਹਾਂ ਕੱਕਾ। ਚਾਰ ਅਕਸ਼ਰਾਂ ਦੇ ਮੇਲ ਤੋਂ ਨਾਨਕ ਸ਼ਬਦ ਬਣਦਾ ਹੈ ਤੇ ਵੱਖ-ਵੱਖ ਵਿਦਵਾਨਾਂ ਨੇ ਆਪਣੀ ਆਪਣੀ ਰਾਏ ਨਾਨਕ ਸ਼ਬਦ ਦੇ ਬਾਰੇ ਦਿੱਤੀ ਹੈ। ਭਾਈ ਸਾਹਿਬ ਭਾਈ ਸਿੰਘ ਜੀ, ਡਾਕਟਰ ਰਤਨ ਸਿੰਘ ਜੱਗੀ। ਲੇਕਿਨ ਮੈਂ ਜਿਹੜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਉਹ ਬੇਨਤੀ ਹੈ ਸਤਿਕਾਰਯੋਗ ਗੁਰੂ ਘਰ ਦੇ ਮਹਾਨ ਕਵੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਦੇ ਸਿਰਮੌਰ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜੀ ਨਾਨਕ ਸ਼ਬਦ ਦੀ ਜਦੋਂ ਵਿਆਖਿਆ ਕਰਦੇ ਹਨ ਤੇ ਉਹ ਇੱਕ ਫਾਰਸੀ ਦਾ ਸ਼ੇਅਰ ਲਿਖਦੇ ਹਨ। ਉਹ ਫਾਰਸੀ ਦਾ ਸ਼ੇਅਰ ਕੀ ਹੈ? ਕਹਿੰਦੇ ਜਿੱਥੇ ਗੁਰਮੁਖੀ ਵਿੱਚ ਦੋ ਨੰਨੇ ਚਾਹੀਦੇ ਹਨ ਉਹਨਾਂ ਨੰਨਿਆਂ ਦੀ ਜਗ੍ਹਾ ਤੇ ਜਿੱਥੇ ਨੰਨੇ ਦੀ ਆਵਾਜ਼ ਗੁਰਮੁਖੀ ਵਿੱਚ ਆ ਰਹੀ ਹੈ ਉੱਥੇ ਫਾਰਸੀ ਦੇ ਵਿੱਚ ਆਵਾਜ਼ ਆ ਰਹੀ ਹੈ ਨੂਨ ਦੀ, ਨੂਨ ਸ਼ਬਦ। ਜਿੱਥੇ ਗੁਰਮੁਖੀ ਵਿੱਚ ਨੰਨੇ ਦੀ ਆਵਾਜ਼ ਆ ਰਹੀ ਹੈ ਉੱਥੇ ਫਾਰਸੀ ਵਿੱਚ ਸ਼ਬਦ ਦੀ ਆਵਾਜ਼ ਆ ਰਹੀ ਹੈ ਨੰਨੇ ਦੀ, ਮਾਫ ਕਰਨਾ ਨੂਨ ਦੀ ਆਵਾਜ਼ ਆ ਰਹੀ ਹੈ। ਉਹਨਾਂ ਦਾ ਫਾਰਸੀ ਦਾ ਸ਼ੇਰ ਮੈਂ ਪਹਿਲਾਂ ਆਪ ਜੀ ਦੇ ਸਾਹਮਣੇ ਰੱਖਾਂ, ਫਿਰ ਇਸ ਸ਼ੇਰ ਦੇ ਵਿੱਚੋਂ ਹੀ ਆਪਾਂ ਨਿਕਲ ਕੇ, ਕਿਉਂਕਿ ਇਹ ਸ਼ੇਰ ਨੂੰ ਆਧਾਰ ਬਣਾ ਕੇ ਫਾਰਸੀ ਦਾ ਅੱਜ ਦਾ ਜੋ ਸੰਬੰਧ ਹੈ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ, ਉਹਨਾਂ ਨੇ ਕੱਲਾ ਉਹਨਾਂ ਦਾ ਸੀਸ ਨਹੀਂ ਲੈ ਕੇ ਆਂਦਾ, ਬੜੇ ਧਿਆਨ ਨਾਲ ਸੁਣੋ, ਦੋ ਸੀਸ ਲੈ ਕੇ ਆਏ ਆ ਉਸ ਦਿਨ। ਦੋ ਸੀਸ ਉਹਨਾਂ ਨੇ ਹੱਥ ਤੇ ਟਿਕਾਏ ਹੈ। ਇੱਕ ਪਹਿਲੀ ਅਰਦਾਸ ਕੀਤੀ ਹੈ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ, ਗੁਰੂ ਤੇਗ ਬਹਾਦਰ ਜੀ ਮਹਾਰਾਜ ਮੈਂ ਤੁਹਾਡਾ ਸੀਸ ਲੈ ਕੇ ਜਾ ਰਿਹਾ, ਜਿੱਥੇ ਮੈਂ ਤੁਹਾਡਾ ਸੀਸ ਲੈ ਕੇ ਜਾ ਰਿਹਾ ਉੱਥੇ ਆਪਣਾ ਵੀ ਸੀਸ ਮੈਂ ਤਲੀ ਤੇ ਰੱਖ ਕੇ ਜਾ ਰਿਹਾ, ਕਿਉਂਕਿ ਪਤਾ ਨਹੀਂ ਹਕੂਮਤ ਦਾ ਕਿੱਥੇ ਉਹਨਾਂ ਨੇ ਮੈਨੂੰ ਘੇਰਾ ਪਾ ਲੈਣਾ। ਬੜੇ ਧਿਆਨ ਦੇ ਨਾਲ ਸੁਣਿਓ, ਇਹ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਬਣੇ, ਇਹ ਦੋ ਸੀਸ ਦਿੱਲੀੋਂ ਲੈ ਕੇ ਆਏ ਹੈ। ਅਸੀਂ ਸਿਰਫ ਇੱਕ ਸੀਸ ਦੀ ਹੀ ਗੱਲ ਕਰਦੇ ਹਾਂ, ਸਤਿਕਾਰਯੋਗ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਤਾਂ ਉਸ ਸਤਿਕਾਰ ਦੇ ਨਾਲ ਆਪਣੇ ਸੀਨੇ ਨਾਲ ਲਾ ਕੇ ਲੈ ਕੇ ਆਏ ਹੈ। ਲੇਕਿਨ ਦੂਜੇ ਸੀਸ ਦੀ ਵੀ ਅਰਦਾਸ ਕਰਕੇ ਤੁਰਿਆ ਗੁਰੂ ਤੇਗ ਬਹਾਦਰ ਮਹਾਰਾਜ, ਜਿੱਥੇ ਤੇਰਾ ਸੀਸ, ਜਿੱਥੇ ਤੁਹਾਡਾ ਸੀਸ ਅਨੰਦਪੁਰ ਸਾਹਿਬ ਪਹੁੰਚੇ ਉੱਥੇ ਮੇਰਾ ਵੀ ਸੀਸ ਸਹੀ ਸਲਾਮਤ, ਜਿਹੜਾ ਕਿਉਂਕਿ ਮੇਰਾ ਸੀਸ ਸਹੀ ਸਲਾਮਤ ਹੋਵੇਗਾ ਤੇ ਤੁਹਾਡਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਰਾਏ ਕੋ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਵੇਗਾ। ਆਪਾਂ ਇਸੇ ਸ਼ੇਰ ਦੇ ਵਿੱਚੋਂ ਆਪਾਂ ਵਿਚਾਰ ਸ਼ੁਰੂ ਕਰਾਂਗੇ। ਤਨ ਤਨ ਮਾਫ ਕਰਨਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਫਰਮਾਉਂਦੇ ਉਹ ਸ਼ੇਰ ਹੈ, ਹਰ ਦੋ ਨੂਨ ਨਾਮ ਪਾਕਿਸ਼। ਦੋ ਨੂਨ ਕਹਿੰਦੇ ਚਾਹੀਦੇ ਹਨ ਨਾਨਕ ਦੇ ਨਾਮ ਨੂੰ ਪਾਉਣ ਵਾਸਤੇ, ਨਾਮ ਪਾਕਿਸ਼। ਹਰ ਦੋ ਨੂਨ ਨਾਮ ਪਾਕਿਸ਼ ਨਈਮ व ਨਸੀਰ। ਪਹਿਲੇ ਨੰਨੇ ਦਾ ਅਖਰੀ ਅਰਥ ਹੈ ਨਈਮ ਤੇ ਦੂਸਰੇ ਦਾ ਅਖਰੀ ਅਰਥ ਹੈ ਨਸੀਰ। ਆਪਾਂ ਦੋਨਾਂ ਦੇ ਅਰਥ ਕਰਾਂਗੇ ਫਾਰਸੀ ਦੇ ਵਿੱਚੋਂ। ਨਈਮ ਦਾ ਕੀ ਅਖਰੀ ਅਰਥ ਹੈ, ਨਸੀਰ ਦਾ ਕੀ ਅਖਰੀ ਅਰਥ ਹੈ। ਹਰ ਦੋ ਨੂਨ नाम पाकिश नईम व नसीर व अल्फ मियाना आहद। अल्फ मियाना आहद इन्हां दोनों नन्नियां दे विचकार अल्फ पाया होया, कन्ना पाया होया। जिथे पंजाबी दा कन्ना है उथे फारसी दा अल्फ है। व अल्फ मियाना आहद काफ आखिरी कबीर।
जिथे पंजाबी दा गुरमुखी दा धक्का है उथे फारसी दा काफ है। हर दो नून, फिर दोबारा शेर के नाल सांस पा लीजिए, फिर आप शुरू करिए। हर दो नून नाम पाकश न ईम व नसीर व अल्फ बयाना आहद काफ आखिरी कभी। पहले ने ईम दा की मतलब है, पहले नईम का मतलब की है, आखिरी अर्थ फारसी का शब्द है नईम। नईम का आखिरी अर्थ है, ਇਹਦੇ ਨਾਲ ਸਾਖੀ ਨਹੀਂ ਲਾਣੀ, सिर्फ मैं ਇਹਦੇ अर्थ करके फिर अगे गुरबाणी ਤੋਂ विचार लेके चलांगा। नईम का आखिरी अर्थ है गुरु नानक ਦਾ ਘਰ ऐसा है जिस घर ਵਿੱਚ दुनिया ਦੇ ਵਿੱਚ ਲੋਕਾਂ ਨੂੰ ਜਿਨ੍ਹਾਂ ਨੇ ਦੁਰਕਾਰਿਆ ਹੈ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਵੀਕਾਰਿਆ। ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਲੋਕਾਂ ਨੇ ਆਪਣੇ ਮੰਦਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ, ਤੇ ਗੁਰੂ ਨਾਨਕ ਦਾ ਘਰ ਐਸਾ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਤੈਨੂੰ ਮੰਦਿਰ ਤੋਂ ਬਾਹਰ ਕੱਢਿਆ, ਕੋਈ ਗੱਲ ਨਹੀਂ, ਆ ਮੇਰੇ ਕੋਲ, ਮੈਂ ਤੈਨੂੰ ਹਰੀ ਮੰਦਿਰ ਦੇ ਵਿੱਚ ਬਿਠਾ ਦਾਂ। भगत नामदेव जी दा सूद सूद कर मार पखायो, कहा करूं बाप बीठला को मेरे रब्बा मैं की करा, सूदर सूदर कह के इन्हां लोकां ने मंदिर चों बाहर कर दिता। सूद सूद कर मार उठायो, कहा करूं बाप बीठला, मुए हुए जो मुक्त दिहोगे मुक्त न जाने कोई ना। जे मैनूं मरण तो बाद ही मुक्ति देनी है, उस मुक्ति का मैनूं फायदा की। और अज भी भगत नामदेव जी की मूर्ति जिहड़ी है मंदिर दे बाहर जिहड़ी है वो लगी हुई है। अज भी भगत नामदेव जी की मूर्ति अंदर नहीं लगाई, पर धन धन गुरु नानक देव जी का घर गुरु अर्जन देव जी महाराज उन्होंने उन्हां दी बाणी नूं इकट्ठियां कीता, उन्हां दी बाणी नूं गुरु ग्रंथ साहिब विच दर्ज करके उन्हां नूं हरमंदिर दे विच आकर के बिठा दिता। मैं बेनती कर रहा सी, गुरु नानक का घर नईम दा आखिरी अर्थ की है, जिन्नों दुनिया दे लोकां ने दुरकारिया, गुरु नानक दे घर ने उन्हां नूं सत्कारिया। गुरु नानक दे घर दी शुरुआत ही इत्थों हो रही है, नीचा अंदर नीच जात। क्योंकि भाई जीवन सिंह जी का जिहड़ा आपां जीवन देखना ना, उन्होंने भी उस समय लोगों ने असुर किया, लोगों ने राक्षस किया, लोगों ने दैत किया, लोगों ने नीच किया, लेकिन गुरु गोबिंद सिंह जी महाराज ने उन्होंने रंगरेटा गुरु का बेटा क्या, अपना बेटा क्या, उन्होंने गुरु साहिब ने। मैं बेनती जी करनी चाहना, नीचा अंदर नीच जात, नीची हूं अत नीच, नानक तिनके संसार वड्डियां सूझिया रीस। कहंदे मैं जेडे हंकारी वृत्ति वाले आ, मैं उन्हां कोलों की लेना। मैं फिर बेनती करा, गुरु नानक दा कर नीचा अंदर नीच जात, नीची हूं अत नीच, नानक तिनके संसार वड्डियां सूझिया रीस। सा जात सापत है, गुरु नानक दे घर विच जात ते पात दा कोड जेड़ा ना वो वड्डिया गया है। गुरु नानक साहिब का वचन है, सा जात सापत है जेहे कर्म कमाए। कहते सिद्धा तू जिद्दां दे कर्म कर रहा ना, ओही तेरी जात है, ओही तेरी पात है। जेकर कोई कहे ये शूदर है, ये आ है, ये आ है, ये गुरु नानक दे घर दे विच नहीं। क्योंकि महाराज कहते अगे जात ना जोर है, अगे जियो नवें हर दो नून नाम पाकश न ईम, जिन्हां नूं दुनिया दे लोकां ने दुरकारिया, गुरु नानक ने उन्हां नूं स्वीकारिया। दूसरा हर दो नून नाम पाकश न ईम व नसीर। नसीर दा आखिरी अर्थ है सिखा। वो दुनिया दे लोको जिथों किते जदों किते तुहाडी झोली किते होर थां तो नहीं ना भरदी, तुसीं गुरु नानक दे घर आ जाओ, गुरु नानक दा घर तुहाडीआं झोलियां भर देवेगा। इससे भी गुरु अर्जन देव जी ने गुरु नानक साहब जी के बारे क्या सीगा, ज्ञान ध्यान किछ कर्म न जाना, सार न जाना तेरी, सब ते वड्डा, सब ते वड्डा मनना पवेगा। गुरु नानक साहब ने सब तो वड्डे, सब ते वड्डा सतगुरु नानक जिन कल राती मेरी। मैं बेनती कर रहा सीगा, हर दो नून नाम पाकश न ईम, जिन्हां नूं लोकां ने पसंद नहीं कीता। आओ बाबा जीवन सिंह जी के जीवन के नाल पहला असीं गल करांगे रंगरेटा शब्द। जिहड़ा रंगड़ शब्द है ये कित्थों दी उपज है। आओ आपां सिंधु घाटी की सभ्यता ते चलीए। सिंधु घाटी की सभ्यता उस समय मन्निया गया सीगा जो ये धरती है, सिंधु घाटी की सभ्यता जिथे तक फैली हुई है, ये 7 समुद्रां की धरती है। 7 समुद्रां की धरती तो बाद विच 5 समुद्र रह गए।
5 दरिया रह गए। 5 दरिया तो बाद जो हिंदुस्तान ते पाकिस्तान की वंड हुई 3 दरिया रह गए, 2 पाकिस्तान चले गए। देखो किन्ने असी सियाने आ, 2 दरिया पाकिस्तान चले गए पर पंजाबियों ने फिर 2 दरिया बना दिया, क्योंकि उन्होंने अपने 5 दरिया पूरे कर लिए। पहला दरिया उन्होंने पूरा कर लिया शराब का, ये भी दरिया चल गया पंजाब के विच। दूसरा दरिया उन्होंने पैदा कर लिया समैक का ते चिट्टे का, कहते असी पंजां तो बगैर नहीं रह सकते, वो निर्मल लै गए, जल लै गए, लेकिन असी कहते तिन्नां दे नाल नहीं, असी कहते शराब दे नाल। पंजवां चौथा दरिया शराब का ते पंजवां दरिया जिहड़ा समैक ते भुक्की आ जिहड़े चिट्टे बिट्टे इदां दे जिहड़े नशे इन्हां दा उन्होंने फिर पूरे कर लए। खैर सिंधु घाटी की सभ्यता दे विच की होया? सिंधु घाटी की सभ्यता दे विच ये एक बड़ी अमीर सभ्यता उस समय मनी गई सी, बहुत ज्यादा अमीर। उस इस सभ्यता दे विच रहन वाले जिहड़े लोग सी उन्हां दा नाम सी द्राविड़। ये लोग व्यापारी सन, ये लोग अमन पसंद सन, सिर्फ ये अपना व्यापार करते सी, लोगों के नाल प्यार नाल रहिंदे सी, होर इन्हां दा कोई होर काम नहीं सी। कहण तों भाव जंगां युद्धां तो ये जिहड़े द्राविड़ लोग सन ये बहुत ज्यादा दूर सन। जदों इन्हां दे कोल पैसा सी ये व्यापार करते सी, व्यापार करदियां करदियां जदों इन्हां कोल पैसा आया ते इन्हां दे मन विच आया क्यों ना असी अपनी रखिया दे लई एक जाति ऐसी पैदा करिए, एक ऐसे असी शस्त्रधारी पैदा करिए जिहड़ी साडी रखिया कर सकते हैं। वो फिर इन्हां ही द्राविड़ां दे विचों ही निकले, उन्होंने एक दस्ता बनाया, उन्होंने एक फौज तैयार की, जिन्हां दे हत्थां विच उन्होंने तीर कमान फड़ाए, जिन्हां दे हत्थां दे विच उन्होंने नेजे फड़ाए, जिन्हां दे हत्थां दे विच उन्होंने भाले फड़ाए ते जिन्हां दे हत्थां दे विच उन्होंने धनुख फड़ाए। धनुख वो इन्ने ज्यादा धनुखधारी सीगे, इन्ने ज्यादा तीर अंदाजी सीगे कि धनुखधारी होण दे करके उन्हां दा नाम पै गया धानक। धानक शब्द, और धानक शब्द गुरु ग्रंथ साहिब विच भी वरतिया गया। धानक रूप रहा, गुरु नानक साहब ने वरतिया धानक रूप रहा करतार। धानक शब्द का मतलब की सी? धनुखधारी तो धनुख तो शब्द बनया धानक। धानक की करता सी? वो अपने सिर के ऊपर ना साफा बनता सी ते अपने नक दे नाल वो एक रस्सा बनता सी और अपने गले दे विच वो एक पांदा सी तीर कमान। ते इतिहास दसदा गुरु नानक साहिब दा वो रस्सा तां बनदे सी, वो जदों भी किसी दा शिकार करदे सी ना जां कदी किसी ते हमला करदे सी ना, जे वो चक के उहनूं लै के नहीं सी आ सकदे, रस्से दे नाल बन के उहनूं उत्थे लैके जाते सी, इस करके उन्होंने किया जाता सी धानक। ते गुरु नानक साहब का भी इतिहास बोलता कि गुरु नानक साहब ने भी एक बार धानक का रूप जिहड़ा वो धारण किया। गुरु नानक साहब अचानक ही करतारपुर की धरती तो उठे आ ते गुरु नानक साहब के सिर के ऊपर साफा बनिया ते अपना रंग जिहड़ा सी वो मूंह के ऊपर रंग ला के डरावना रंग ला लिया ते नाल तीर कमान पा लिया। तीर कमान पा के उन्होंने लख रस्सा बन के ते गुरु नानक साहब चल पे। जदों गुरु नानक साहब चले ते लोग डर गए जिहड़े गुरु नानक साहब दे नाल सी, लेकिन जे नहीं डरिया ते बाबा लैना नहीं कदा जे नहीं डरिया बाकियां ने गुरु नानक साहब का साथ छड्ड दिता, क्योंकि उन्हां दे नाल शिकारी कुत्ते भी होया करते सन ते गुरु नानक साहब ने शिकारी कुत्ते फड़े ते नाल वो जंगलां वालों तुरना शुरू कर दिता ते दुनिया ने कह दिता गुरु नानक साहब को की हो गया। पानी पढ़दियां जपजी दे राग सुनदियां सी, राग सुनदियां केड़ा रूप धारण कर लिया, ये ते धानक बन गया। उत्ते फिर गुरु नानक साहब जी महाराज ने बाणी दे विच पाही सुरस मलूकी वेस औठगवाड़ा डगी वेस ये सारा शब्द उचारिया। ये शब्द की रहो की पंक्ति होती है धानक रूप रहा करतार। मैं तां बेनती की उन्हां नूं धानक किया जान लग्या। हुण ये जिहड़ी द्राविड़ सी ना ये काफी समा सिंधु घाटी की सभ्यता दे विच रहे। हौली हौली मिड एशिया चों कैस्पियन सी दे विचों कुछ कबीले आए, कुछ कबीले आके इस धरती ते आए। इस धरती ते कबीले क्यों आए? क्योंकि उन्होंने पता सी ये जिहड़ी सिंधु घाटी की सभ्यता है, ये जिहड़ी जमीन है ये बड़ी अमीर है और जमीन बड़ी जरखेज है। ਇਹਦੇ ਵਿੱਚ ਬੰਦਾ ਵੱਧ ਕੇ ਸੁੱਟ ਦਈਏ ਤੇ ਉਹ ਵੀ ਪੈਦਾ ਹੋ ਜਾਂਦਾ, ਫਸਲਾਂ ਦੀ ਤੇ ਗੱਲ ਨਹੀਂ ਕੁਝ ਹੋਰ। ਉਹ ਫਿਰ ਜਿਹੜੇ ਕਬੀਲੇ ਆਏ ਨਾ ਉਹਨਾਂ ਕਬੀਲਿਆਂ ਦਾ ਨਾਮ ਸੀ ਆਰੀਅਨ। ਮਿਡ ਏਸ਼ੀਆ
कैस्पियन सी दे विचों कबीले आए। मैं तुहाडे नाल गल कर रहा तकरीबन यीशु मसीह जी दे 3500 साल पहला की गल कर रहा, 3500 साल पहला की गल कर रहा। यीशु मसीह के आउण तो 3500 साल पहला की गल कर रहा। जे हुण तां आपां अंदाजा लाइए तो तकरीबन 6500 साल पहला की गल बनदी। वो मिड एशिया चों कैस्पियन सी दे विचों कुछ कबीले आए। वो कबीलियां दा आउण दा मकसद की सीगा कि इस सिंधु घाटी की सभ्यता दे पर असी अपना कब्जा करना, चाहे ਉਹਦੇ ਲਈ ਸਾਨੂੰ कुछ भी करना पै जावे, चाहे जंग करनी पै जावे, युद्ध करना पै जावे, लड़ाई करनी पै जावे, कुछ भी, क्योंकि एवरीथिंग इज पॉसिबल इन लव एंड वार। ये एक इंग्लिश की कहावत है। लड़ाई के मैदान के जंग जितन के वास्ते, युद्ध जितन वास्ते फौज को कोई भी हीला जिहड़ा वो हीला वसीला वो जिहड़ा वो अपना लेती है। वो आर्यन लोग जंग के मनशे नूं लै करके इस धरती से आए। और ये नहीं आए, एक कबीला आया, एक कबीले तो बाद होर कबीला आया, आंदियां आंदियां इस काफी समा लग गया। काफी समा आपां कह लीए हजारां साल लग गए। उन्हां दी जदों संख्या वध गई, उन्हां दी गिनती वध गई, उन्हां ने द्राविड़ां नूं तंग करना शुरू कर दिया। द्राविड़ां नूं उन्हां ने मारना शुरू कर दिता। हुण जिहड़े द्राविड़ सीगे ਉਹ ਸੀਗੇ ਅਮਨ ਪਸੰਦ। ਉਹ ਕਿਸੇ ਨਾਲ ਜੰਗ ਨਹੀਂ ਸੀ ਕਰਨਾ ਚਾਹੁੰਦੇ ਤੇ ਉਹਨਾਂ ਨੇ ਹੌਲੀ ਹੌਲੀ ਕੀ ਕੀਤਾ, ਜਦੋਂ ਦੇਖਿਆ ਉਹਨਾਂ ਦੀ ਨਹੀਂ ਚੱਲੀ ਨਾ ਤੇ द्राविड़ ਜਿਹੜੇ ਸੀ ਨਾ ਉਹ ਫਿਰ ਸਿੰਧੂ ਘਾਟੀ ਦੀ ਸਭਿਅਤਾ ਜਾਂ ਇੰਜ ਕਹਿ ਲਓ ਹਿੰਦੁਸਤਾਨ ਦੀ ਧਰਤੀ ਨੂੰ ਛੱਡ ਕੇ ਹੌਲੀ ਹੌਲੀ ਦੱਖਣ ਵਾਲੇ ਪਾਸੇ ਤੇ ਜੰਗਲਾਂ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ। ਹੁਣ ਉਹ ਜਿਹੜਾ ਲੜਾਕੂ ਦਸਤਾ ਸੀ ਇਹਨਾਂ ਨੇ ਤਿਆਰ ਕੀਤਾ, ਉਹਨਾਂ ਦੇ ਅੰਦਰ ਅਣਖ ਸੀਗਾ। ਉਹਨਾਂ ਨੇ ਕਿਹਾ ਅਸੀਂ ਹਿੰਦੁਸਤਾਨ ਦੀ ਧਰਤੀ ਨੂੰ ਛੱਡ ਕੇ ਨਹੀਂ ਜਾਣਾ। ਉਹਨਾਂ ਨੇ ਇਹਨਾਂ ਦੇ ਨਾਲ जंग की आर्यंस के नाल। आर्यंस की गिनती ज्यादा होने करके इन्हां दी जिहड़े धानक सीगा दस्ता इन्हां दी उन्हां दे अगे नहीं चली। ना चलण दे करके हौली हौली इन्हां ने भी जंगलां दे वाले पासे जाना शुरू कर दिता। और इसे गल तो फिर जिहड़ा गुरीला युद्ध शुरू होया। बड़े ध्यान नाल सुनियो, उन्हां ने फिर जिहड़े धानक सीगे उन्हां ने गुरीला युद्ध जिहड़ा आपां सिख भी लड़दे रहे ना, जदों समा आया बाबा बंदा सिंह बहादुर जी तो बाद सिख जंगलां विच रहंदे सी। जदों अहमद शाह अब्दाली आया सी वो आके इत्थों दी बहु बेटियां नूं लुੱਟ के लैके जांदा सी ते जिहड़े सिंह सीगे वो गुरीला युद्ध करके इन्हां नूं बचाया करदे सी। मैं जी बेनती करना चाहुंदा, उन्हां ने फिर गुरीला युद्ध शुरू कीता, लेकिन ਉਹਦੇ ਵਿੱਚ भी उन्हां दी वाह ना गई, वाह पेश ना गई। हौली हौली उन्हां ने उत्थों जिहड़ा जाना शुरू करता। हुण हालात की हो गए, जिहड़े इस धरती ते बाहरों आए वो ਇਹਦੇ मालक बन के बैठ गए। जिहड़े इत्थों दे मूल वासी सीगे वो मूल वासी जिहड़े सीगे वो इत्थों बाहर जाना शुरू हो गए। आ कुछ होया। हौली हौली जदों आर्यंस आए, आर्यन ने अपना वैदिक जिहड़ा ग्रंथ है, वैदिक जिहड़ी प्रणाली है, वैदिक जिहड़ा धर्म है वो उन्होंने शुरू किया। जदों उन्होंने वैदिक धर्म शुरू किया ते मनु समृद्धि के मुताबिक उन्होंने इन्हां लोकां नूं 4 वर्णां दे विच वंडिया। बड़े ध्यान नाल सुणो, ब्राह्मण शूद्र वैश्य ते खत्री, इन्हां 4 वर्णां दे विच इन्हां नूं वंडिया। ते जिहड़ी गल कहण लगा बड़े ध्यान नाल सुणियो, उन्होंने उस समय का जेकर कोई जट सी जां तरखान सी ना, माफ करना, उन्होंने भी उन्होंने शूद्रां दे विच रखिया। यह मनु समृद्धि की जात वंड जिहड़ी प्रणाली है उसके मुताबिक उस समय का जिहड़ा खेती कर रहा जिहड़ा जट है जां जो भी तरखान सीगा लकड़ का काम करदा उन्होंने भी उन्होंने शूद्रां दे विच वंडिया। ये जदों शूद्रां दे विच मनु समृद्धि के मुताबिक जातां नूं पातां नूं 4 वर्णां दे विच वंडिया गया, इन्हां लोकां नूं वंडिया गया। उस समय इन्हां दे ना आपस विच फिर हौली हौली आपस विच इन्हां दे लड़ाइयां शुरू होईयां। जदों कदी किसी कौम की आपस दे विच फुट पैंदी है, जदों किसी कौम की आपस विच फुट पैंदी है, उस समय जिहड़ियां कमजोर कौमां होया करदियां वो इसका फायदा उठाया करदियां। अज सिखां दे बिल्कुल एक गल लागू होई, बिल्कुल 101% असीं इस गल दे विचों निकल रहे हैं। जदों कोई जुझारू कौमां ਜਾਂ ਕੁਝ ਕਹਿ ਲਓ ਉਹਨਾਂ ਕੌਮਾਂ ਦੇ ਵਿੱਚ ਆਪਸੀ ਫੁੱਟ ਪੈ ਜਾਂਦੀ ਹੈ। ਫਿਰ ਜਿਹੜੀਆਂ ਕਮਜ਼ੋਰ ਕੌਮਾਂ ਹੁੰਦੀਆਂ ਜਿਨ੍ਹਾਂ ਨੇ ਕਦੀ ਹਥਿਆਰ ਨਹੀਂ ਚੱਕੇ, ਜਿਨ੍ਹਾਂ ਨੇ ਕਦੀ ਤੀਰ ਕਮਾਨ ਨਹੀਂ ਚੱਕਿਆ, ਜਿਨ੍ਹਾਂ ਨੇ ਕਦੀ ਕਿਰਪਾਨ ਨਹੀਂ ਚੱਕੀ, ਜਿਨ੍ਹਾਂ ਨੇ ਕਦੀ ਯੁੱਧ ਨਹੀਂ ਕੀਤਾ, ਜਿਨ੍ਹਾਂ ਨੇ ਕਦੀ ਰਣ ਤੱਤੇ ਦੇ ਦਰਸ਼ਨ ਨਹੀਂ ਕੀਤੇ ਨਾ, ਉਹ ਵੀ ਅੱਜ ਉੱਠ ਕੇ ਤੇ ਉਹਨਾਂ ਕੌਮਾਂ ਨੂੰ ਮਾਰਨ ਦੀ ਗੱਲ ਕਰਦੇ ਆ। ਖੈਰ ਆਰੀਅਨਸ ਜਿਹੜੇ ਸੀਗੇ ਆਪਣੇ ਆਪ ਦੇ ਵਿੱਚ ਤਾਕਤਵਰ ਬਣ ਗਏ ਸੀਗੇ, ਲੇਕਿਨ ਉਹਨਾਂ ਦੀ ਆਪਸੀ ਫੁੱਟ ਪੈਣ ਕਰਕੇ ਉਹਨਾਂ ਦੇ ਵਿੱਚੋਂ ਫਿਰ
ਵਿੱਚ ਜਿਹੜੇ ਦਰਾਵੜ ਸੀਗੇ ਉਹ ਫਿਰ ਦੁਬਾਰਾ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਧਾਨਕ ਸੀ ਨਾ ਫਿਰ ਜਿਹੜੇ ਆਰੀਅਨ ਸੀਗੇ ਆਰੀਅਨ ਨੇ ਧਾਨਕ ਜਿਹੜੇ ਸੀਗੇ ਦਸਤਾ ਉਹਨਾਂ ਨੇ ਨਾਮ ਰੱਖ ਦਿੱਤੇ ਅਸੁਰ ਉਹਨਾਂ ਨੇ ਉਹਨਾਂ ਦੇ ਨਾਮ ਰੱਖ ਦਿੱਤੇ ਦੈਨ ਉਹਨਾਂ ਨੇ ਉਹਨਾਂ ਦੇ ਨਾਮ ਰੱਖ ਦਿੱਤੇ ਰਾਖਸ਼ ਇਸ ਨਾਮ ਦੇ ਨਾਲ ਜਿਹੜਾ ਉਹ ਫੌਜੀ ਦਸਤਾ ਸੀ ਤਿਆਰ ਕੀਤਾ ਦਰਾਵੜਾ ਨੇ ਔਰ ਇਸ ਗੱਲ ਦਾ ਜ਼ਿਕਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਦੀ ਬਾਣੀ ਦੇ ਵਿੱਚ ਬਾਕਮਾਲ ਕਰਦੇ ਹਨ ਕਿ ਜਿਹੜੇ ਇਹ ਲੋਕ ਸਨ ਇਹ ਬੇਸ਼ੱਕ ਹਿੰਦੁਸਤਾਨ ਦੀ ਧਰਤੀ ਤੋਂ ਪਲਾਇਨ ਕਰ ਗਏ ਸੀ ਪਰ ਇਹ ਇੰਨੀ ਜ਼ਿਆਦਾ ਸ਼ਸਤਰ ਅੱਜ ਅਸੀਂ ਸਾਡਾ ਇੱਕੋ ਹੀ ਬੋਲਾ ਚੱਲਿਆ ਕਿ ਅਸੀਂ ਦਸਮ ਦੀ ਬਾਣੀ ਨੂੰ ਨਹੀਂ ਮੰਨਣਾ ਅਸੀਂ ਆ ਨਹੀਂ ਕਰਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਜੀ ਅੱਜ ਅਸੀਂ ਇਹ ਗੱਲਾਂ ਕਰਦੇ ਪਏ ਹਾਂ ਆਉਣ ਵਾਲਾ ਇੱਕ ਸਮਾਂ ਜ਼ਰੂਰ ਆਵੇਗਾ ਜਿਸ ਦਿਨ ਅਸੀਂ ਇਹ ਵੀ ਕਵਾਂਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਸੀਂ ਨਹੀਂ ਮੰਨਣਾ ਅਸੀਂ ਤੇ ਆਮ ਤੌਰ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਜਿਹੜਾ ਹੈ ਅਸੀਂ ਉਹਨੂੰ ਹੀ ਮੰਨਣਾ ਖੈਰ ਮੈਂ ਆਪਣੇ ਪ੍ਰਕਰਨ ਤੇ ਆਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਅਸੁਰਾਂ ਦੇ ਬਾਰੇ ਇਹਨਾਂ ਰਾਖਸ਼ਾਂ ਬਾਰੇ ਇਹਨਾਂ ਦੈਂਤਾਂ ਦੇ ਬਾਰੇ ਬੇਸ਼ੱਕ ਲਿਖਿਆ ਦੇਖੋ ਉਹਨੇ ਡੰਕੇ ਦੀ ਚੋਟ ਤੇ ਲਿਖਿਆ ਇਹ ਸ਼ਸਤਰ ਧਾਰੀ ਸੀਗੇ ਇਹ ਧਨੁਖ ਧਾਰੀ ਸੀਗੇ ਇਹ ਤੀਰ ਅੰਦਾਜ਼ ਸੀਗੇ ਔਰ ਇਹ ਯੁੱਧ ਦੇ ਮੈਦਾਨ ਦੇ ਬਾਕਮਾਲ ਸੂਰਮੇ ਸੀਗੇ ਉਹ ਜਿਹੜੇ ਸੂਰਮੇ ਸੀ ਨਾ ਉਹਨਾਂ ਨੇ ਫਿਰ ਰਾਜਸਥਾਨ ਦੀ ਧਰਤੀ ਤੇ ਗਏ ਰਾਜਸਥਾਨ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਨਿੱਕੇ ਨਿੱਕੇ ਰਾਜ ਬਣਾਏ ਉਤੋਂ ਹੌਲੀ ਹੌਲੀ ਆਰੀਅਨ ਉਹਨਾਂ ਨੇ ਬਾਹਰ ਕੱਢੇ ਜਦੋਂ ਉਹਨਾਂ ਨੇ ਰਾਜ ਬਣਾਏ ਰਾਜ ਸਥਾਪਿਤ ਕੀਤੇ ਉਹਨਾਂ ਦੇ ਨਾਮ ਪੈ ਗਿਆ ਰਾਜਪੂਤ ਰਾਜ ਕਰਨ ਵਾਲੇ ਰਾਜਪੂਤ ਇਸ ਤੋਂ ਇਹ ਸਮਾਂ ਕਾਫੀ ਸਮਾਂ ਚੱਲਦਾ ਰਿਹਾ ਹਜ਼ਾਰਾਂ ਸਦੀਆਂ ਤੱਕ ਸਮਾਂ ਚੱਲਦਾ ਰਿਹਾ 1192 ਦਾ ਸਮਾਂ ਆਇਆ ਜਿੱਥੋਂ ਹੁਣ ਆਪਾਂ ਰੰਗੜ ਸ਼ਬਦ ਦੀ ਕੁਝ ਹੋਈ ਹੈ 1192 ਦੇ ਵਿੱਚ ਸਿੰਧੂ ਘਾਟੀ ਦੀ ਸਭਿਅਤਾ ਖਤਮ ਹੋ ਗਈ ਔਰ ਮੁਹੰਮਦ ਸਾਹਿਬ ਮਾਫ ਕਰਨਾ ਇਸਲਾਮ ਦਾ ਜਿਹੜਾ ਰਾਜ ਸੀਗਾ ਨਾ ਉਹ ਹੋ ਗਿਆ ਵੈਸੇ ਇਸਲਾਮ 1192 ਤੋਂ ਪਹਿਲਾਂ ਵੀ ਕਈ ਵਾਰ ਆ ਚੁੱਕਾ 712 ਤੋਂ ਲੈ ਕੇ 715 ਤੱਕ ਮੁਹੰਮਦ ਬਿਨ ਕਾਸਿਮ ਨੇ ਭਾਰਤ ਦੀ ਧਰਤੀ ਤੇ ਬਹੁਤ ਜ਼ਿਆਦਾ ਹਮਲੇ ਕੀਤੇ 1192 ਵਿੱਚ ਜਦੋਂ ਮੁਹੰਮਦ ਗੌਰੀ ਆਇਆ ਮੁਹੰਮਦ ਗੌਰੀ ਨੇ ਆ ਕਰਕੇ ਪੂਰਾ ਕਬਜ਼ਾ ਕੀਤਾ ਆਪਣਾ ਜਦੋਂ ਉਹਨੇ ਆਪਣਾ ਪੂਰਾ ਕਬਜ਼ਾ ਕੀਤਾ ਉਸ ਸਮੇਂ ਜਿਹੜੇ ਧਾਨਕ ਸੀਗੇ ਜਿਹੜੇ ਰਾਖਸ਼ ਜਿਨ੍ਹਾਂ ਨੂੰ ਕਿਹਾ ਗਿਆ ਜਿਹੜੇ ਧਾਨਕਾਂ ਨੇ ਇਸਲਾਮ ਧਰਮ ਅਪਣਾਇਆ ਉਹਨਾਂ ਨੂੰ ਰੰਗੜ ਕਿਹਾ ਜਾਣ ਲੱਗ ਪਿਆ ਮੇਰੀ ਗੱਲ ਸਮਝ ਗਿਆ ਨਾ ਉਹਨਾਂ ਨੂੰ ਰੰਗੜ ਕਿਹਾ ਜਾਣ ਲੱਗ ਪਿਆ ਜਿਨ੍ਹਾਂ ਨੇ ਇਸਲਾਮ ਧਰਮ ਅਪਣਾਇਆ ਉਹਨਾਂ ਨੂੰ ਰੰਗੜ ਕਿਹਾ ਜਾਣ ਲੱਗ ਪਿਆ ਇਹ ਰੰਗੜ ਸ਼ਬਦ ਬਣਿਆ ਰੰਗ ਦੇ ਵਿੱਚ ਘੜੇ ਹੋਏ ਰੰਗ ਦੇ ਵਿੱਚ ਰੱਤੇ ਹੋਏ ਜਿਨ੍ਹਾਂ ਨੇ ਇਸਲਾਮ ਧਰਮ ਦੇ ਰੰਗ ਵਿੱਚ ਆਪਣੇ ਆਪ ਨੂੰ ਘੜ ਲਿਆ ਸੀ ਕਿਉਂਕਿ ਇਸਲਾਮ ਤਾਂ ਪਹਿਲੇ ਸੀਗਾ ਮੁਸਲਮਾਨ ਤਾਂ ਪਹਿਲੇ ਸੀ ਜਿਹੜੇ ਬਾਹਰੋਂ ਆ ਕੇ ਇਸਲਾਮ ਧਰਮ ਵਿੱਚ ਆਏ ਹੈ 1192 ਤੋਂ ਬਾਅਦ ਕਿਉਂਕਿ 1192 ਤੋਂ ਬਾਅਦ ਪ੍ਰਿਥਵੀ ਰਾਜ ਚੌਹਾਨ ਦੀ ਜਿਹੜੀ ਪੂਰੀ ਤਰ੍ਹਾਂ ਹਾਰ ਹੋਈ ਪੂਰੀ ਤਰ੍ਹਾਂ ਹਾਰ ਹੋਣ ਕਰਕੇ ਜਿਹੜਾ ਰਾਜਪੂਤਾਂ ਦਾ ਅੰਤ ਸੀਗਾ ਉਹ ਹੋ ਗਿਆ ਮੁਹੰਮਦ ਗੌਰੀ 1192 ਦੇ ਵਿੱਚ ਜਦੋਂ ਆਇਆ ਉਸ ਸਮੇਂ ਜਿਹੜੇ ਧਾਨਕਾਂ ਨੇ ਜਿਹੜਾ ਇਸਲਾਮ ਧਰਮ ਗ੍ਰਹਿਣ ਕੀਤਾ ਉਸ ਧਰਮ ਦੇ ਲੋਕਾਂ ਨੂੰ ਰੰਗੜ ਸ਼ਬਦ ਕਿਹਾ ਜਾਂਦਾ ਔਰ ਉਹਨਾਂ ਦੀ ਔਲਾਦ ਨੂੰ ਅੱਗੇ ਰੰਗਰੇਟੇ ਕਿਹਾ ਜਾਂਦਾ ਪਿਆ ਜਿਹੜੀ ਉਹਨਾਂ ਦੀ ਅੱਗੇ ਔਲਾਦ ਹੁੰਦੀ ਸੀਗੀ ਉਹਨਾਂ ਨੂੰ ਰੰਗਰੇਟਾ ਸ਼ਬਦ ਕਿਹਾ ਜਾਂਦਾ ਪਿਆ ਇਹ ਰੰਗੜ ਸ਼ਬਦ 1192 ਮੁਹੰਮਦ ਗੌਰੀ ਦੇ ਆਉਣ ਤੇ ਜਿਹੜੇ ਧਾਨਕਾਂ ਨੇ ਇਹਨਾਂ ਦਾ ਧਰਮ ਗ੍ਰਹਿਣ ਕੀਤਾ ਉਹਨਾਂ ਨੂੰ ਰੰਗੜ ਕਿਹਾ ਜਾਂਦਾ ਪਿਆ ਹੁਣ ਆਪਾਂ ਅੱਗੇ ਚੱਲੀਏ ਇਹ ਜਿਹੜੇ ਰੰਗਰੇਟੇ ਹਨ ਇਹਨਾਂ ਦਾ ਗੁਰੂ ਘਰ ਦੇ ਨਾਲ ਕੀ ਵਾਸਤਾ ਹੈ ਗੁਰੂ ਘਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕਿਉਂਕਿ ਰੰਗੜਾਂ ਦਾ 5 ਪੀੜ੍ਹੀਆਂ ਦੇ ਨਾਲ ਗੁਰੂ ਘਰ ਨਾਲ ਸੰਬੰਧ ਹੈ ਜੀ ਵੈਸੇ ਵਿਦਵਾਨਾਂ ਦੀਆਂ ਦੋ ਰਾਵਾਂ ਕੁਝ ਵਿਦਵਾਨ ਲਿਖਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਗੁਰੂ ਘਰ ਵਿੱਚ ਆਏ ਕੁਝ ਵਿਦਵਾਨ ਲਿਖਦੇ ਹਨ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਆਏ ਪਰ ਜੋ ਇਤਿਹਾਸ ਦੀ ਜੋ ਲੇਟੈਸਟ ਖੋਜ ਹੈ ਬਾਬਾ ਬੁੱਢਾ ਜੀ ਹੋਏ ਬਾਬਾ ਬੁੱਢਾ ਜੀ ਦੇ ਨਾਲ ਹੋਇਆ ਭਾਈ ਸਾਹਿਬ ਭਾਈ ਰੱਲਾ ਜੀ ਤੋਂ ਖਾਨਦਾਨ ਇਹਨਾਂ ਦਾ ਸ਼ੁਰੂ ਹੋਇਆ ਬਾਬਾ ਬੁੱਢਾ ਜੀ ਦੇ ਨਾਲ ਹੋਏ ਭਾਈ ਸਾਹਿਬ ਭਾਈ ਰੱਲਾ ਜੀ ਦਾ ਪੁੱਤਰ ਹੋਇਆ ਭਾਈ ਸਾਹਿਬ ਭਾਈ ਕਲਿਆਣਾ ਜੀ
ध्यान दो, बाबा बुड्ढा जी ते भाई कल्याणा जी एक कत्थू नंगल की धरती ते हुए हैं और उन्हां दी अकाल चलाना गुरु हरगोबिंद साहिब दे टाइम ते इन्हां दा अकाल चलाना होया। बाबा बुड्ढा जी दे पेट तो होए भाई रल्ला जी दा पुत्र होया भाई कल्याणा जी। हुण जिहड़े भाई कल्याणा जी है उन्हां दे अगे पुत्र होया जस भाण दा अगे पुत्र होया सुख भाण दे अगे दो पुत्र होया सदानंद ते आज्ञा। भाई सदानंद ते भाई आज्ञा। भाई सदानंद दी शादी हो रही है बीबी प्रेमो दे नाल। बीबी प्रेमो और भाई सदानंद दे घर दे विच 13 दिसंबर 1649 नूं भाई जैता जी दा जन्म होया। क्लियर हो गया सारा कुछ। रल्ला जी तो चले हैं भाई कल्याणा जी दे दो पुत्र होए जस भाण ते सुख भाण दे अगे पुत्र दो हुंदे आ भाई आज्ञा जी ते बाबा सदानंद जी। भाई आज्ञा जी को भाई पासे रहन दिए बाद विचार करांगे। भाई सदानंद जी जेड़े होए आ उन्हां दी जेड़ी शादी हो रही है बीबी प्रेमो नाल हो रही है। भाई सदानंद जी ते बीबी प्रेमो जी दे घर दे विच उन्हां दे गृह दे विच 13 दिसंबर 1649 ਨੂੰ जिस बच्चे का जन्म होया जिस बालक का जन्म होया उस दा जन्म होया उसका नाम रखा गया भाई साहब भाई जैता जी। ये भाई जैता जी 1649। हुण भाई जैता जी के जन्म के बारे ना वख-वख विद्वानां दी वख-वख करावां। मैं एक बेनती करा, बहुत घट गुरुद्वारियां दी कमेटियां हन जिहड़ियां जागियां होईयां हन, वरना पंजाब की धरती ते अज भी गफलत की नींद दे विच सुतियां होईयां। क्योंकि सानू मौका मिलता हर पंजाब दे विच हर गुरुद्वारा साहिब जाण दा, जिन्हां कमेटियां नूं इह पता कि साडा इतिहास की है, इतिहास के किहड़े-किहड़े जिहड़े अनछोए वर्के हन, अनछोए पत्रे हन, वो असीं संगत दे सामने रखीए तां जो उन्हां नूं उन्हां दा इतिहास पता लग जाए। मैं किसी की चमचागिरी नहीं कर रहा, मैं बटरिंग नहीं कर रहा, मैनू ये नहीं जो वीक मिलना वही मिलना, फालतू मिलना। लेकिन इस गल की खुशी है कि इस गुरुद्वारा साहिब की कमेटी के अंदर एक ये तो है कि असीं उन्हां पत्रियां नूं उन्हां वर्कियां नूं बोलीए, उन्हां शहीदां नूं जिन्हां नूं अज तक छोया नहीं गया। अज तक मेरे ख्याल दे विच भाई साहब भाई जैता जी का जन्म दिहाड़ा आप जी ने पहला कभी सुनिया नहीं होगा। हाँ किसी इतिहासक गुरुद्वारे दे विच मनाया गया होवे ते ओह वक्री गल है, लेकिन एक जिहड़ा आम गुरु घर है जो संगत वालों बनाए, देखो गुरु घर बराबर है पर कुछ होंगे इतिहासक जो संगत वालों आप बनाए जाते हैं ना, उन्हें आम गुरुद्वारे की संगत वालों बनाए गए, उन्हें इस तरह के दिहाड़े जिहड़े आ नहीं बनाए जाते। इसलिए गुरुद्वारा साहिब की कमेटी जिहड़ी आ वो बधाई दे पात्र है। मैं फिर दोबारा बेनती कर रहा, मैं बटरिंग नहीं कर रहा, पता नहीं दोबारा आना या नहीं आना ये तुहाडी मर्जी, लेकिन जिहड़ी सच्चाई है मैं वो बोलण तो नहीं रह सकता। जिहड़ी गल सच है मैं वो सच कहांगा, जिथे मैनूं कभी दिखाई देगी जी मैं वो मुंह ते कहांगा भी आ तुहाडे विच डिस्क्रिपेंसी हैगी है, तो डिस्क्रिपेंसी होण ते दैट मे बी रिकनसाइल्ड, उन्हां नूं असीं सही कर सकदे हां। डिस्क्रिपेंसी कमी असीं ना पढ़दे हुंदे सीगे जदों कालेज ते ओह मैनूं शब्द याद आ गया जदों साडे ना पेपर वंडने ना साडे साहब ने जदों ये कालेज पढ़दे सीगे ते उन्हां ने बड़ा वधिया लगदा कहंदा इफ देयर इज एनी डिस्क्रिपेंसी दैट मे बी रिकनसाइल्ड। कोई कहते पेपर चेक कर दिया कोई कमी रह गई है तो मेरे को आ जाओ, मैं उन्हें कहते सोच दिया कहते। खैर मैं अपने प्रकरण से वापस आवा, मैं बेनती कर रहा सीगा 13 दिसंबर 1649 ਨੂੰ भाई साहब भाई जैता जी का जिहड़ा जन्म है वो हुण कुछ विद्वानां ने लिखिया कत्थू नंगल होया, कुछ विद्वान लिखदे रमदासपुर होया, कुछ विद्वान लिखदे पटना साहिब होया, कुछ विद्वान लिखदे दिल्ली होया। इन्हां सारियां गल्लां क्लियर करांगा कि क्यों वख-वख विद्वानां दीयां वख-वख क्योंकि ये जिहड़ा परिवार है ना वो एक थां ते नहीं टिकिया, एक थां ते नहीं टिकिया। कत्थू नंगल सीगे बाबा रल्ला जी दे परिवार दे। रल्ला तो ये आए है रमदासपुर, रमदासपुर तो ये चल के आए है दिल्ली ते जदों गुरु तेग बहादुर जी महाराज आनंदपुर साहिब की धरती तो जदों ये पटना साहिब में गए है ना, पटना साहिब में गए है, पटना साहिब जदों असम वल गए उस समय भी ये परिवार जिहड़ा गुरु तेग बहादुर जी दे नाल सी। इसलिए विद्वानां नूं वख-वख इहदा भुलेखा पिया भी ये दिल्ली इन्हां दा जन्म होया, पटना साहिब क्योंकि जिहड़ा अंग्रेज है मकालिफ लिखदा कि इन्हां दा जन्म जिहड़ा वो पटना साहिब की धरती ते होया। क्योंकि भाई साहब भाई सदानंद जी गुरु
तेग बहादुर जी के घर दे विच कथावाचक सीगे। बीज एवं नहीं पैदा होंगे, चोर चमके दे रोज ही पैदा हो रहे हैं, पर महापुरुष का जन्म होना एक बहुत बड़ी गल है। उस मां की किन्नी को बंदगी होवेगी, बाबा सदानंद जी ने किन्नी को बाणी पढ़ी होवेगी गुरु तेग बहादुर जी के घर में। गुरु तेग बहादुर जी के समय वो कथावाचक है, कथा करया करते हैं, कथा करते हैं ते उन्हां दे घर में भी बाणी का प्रभाव होवेगा। ताई भाई जीवन सिंह जी, भाई जाता जी इन्ने ऊंचे सुचे जीवन वाले ने उस मां की कुख दे विच, उन्हां दी पत्नी की कुख दे विच उन्हां ने आ करके अपना निवास किया। संसे मस्कीन की प्यारी गल क्या करते हैं, कहते जिहड़ियां अगमी रूहां ना उन्हां नूं कई साल लग जाते हैं मां का गर्भ धारण करने वास्ते। अगमी रूहां, बाणी वालियां रूहां, रत्ती वालियां रूहां कई साल लग जाते हैं। क्यों? क्योंकि जिद्दां दी उन्हां दी अपनी बिरती हुंदी है, उदां दी उन्हां नूं मां दी बिरती हुंदी है। ते जिहड़े चोर ते चमके मेरे वर्गे वो ते रोज ही मां के गर्भ दे विच पैंदे आ। माफ करना मैं जिहड़ी गल कह रहा, मैं किसी नूं नहीं, ये असलीयत है। जिहड़ियां बंदगी वालियां रूहां, इसलिए मैं आम तौर पर स्टेज ते ये गल कहना हुंदा, भाई साहब भाई वीर सिंह जी कोल ना एक दंपति गया, दंपति समझदे हो ना, जोड़ा गया ते उन्होंने जाके भाई वीर सिंह नूं पुछया कि सानूं बाणी कदों पढ़नी चाहिए है। ते भाई वीर सिंह ने कहा पुत्र तुहानूं ते बाणी पढ़नी चाहिए सी अज तो 7-8 साल पहला, विआह होने तो पहला। आखिर क्यों? कहते हुण तां तेरी घरवाली कंसीव कर गई है, हुण नहीं, बाणी तैनूं पढ़नी चाहिए सी 7-8 साल पहला। तुसीं 7-8 साल पहला बाणी ना जोड़दे तां जो बाणी जिहड़ी है वो मां दे अंदर जांदी, मां दे अंदर जाके जिस कुख विच उस बच्चे ने समय दे पा के आउणा सी, वो कुख दी पूरी तैयारी हुंदी। महाराज गुरु तेग बहादुर जी महाराज किन्ने साल उन्होंने बाबे बकाले की धरती ते बंदगी की है। माता गुजर कौर जी नाल हन, दरअसल वो दोनों बंदगी कादी कर रहे हैं, वो उस कुख की तैयारी कर रहे हैं जिस विच बादशाह दरवेश गुरु गोबिंद सिंह ने आके उस विच वसना है, आके उन्होंने अपना निवास करना है। वो बंदगी दे नाल उस कुख की भी तैयारी कर रहे हैं। आ चीज है, मैं बेनती कर रहा सी संसे मस्कीन आम तौर पे कहते, हां मैं बेनती कर रहा सी भाई साहब भाई वीर सिंह जी कहते तेनू बाणी तो पढ़नी चाहिए सी पहला। कहते क्यों? कहते देखो एक असी दरख्त दीयां जड़ां दे विच पानी लाने आ ना, वो पानी दरख्त दीयां जड़ां दे विच लग रहा, लेकिन पानी जिहड़ा दरख्त दीयां जड़ां तो हुंदा हुंदा दरख्त दे हर तने दे विच, हर टहनी दे विच, हर पत्ते दे विच पानी जा रहा। इसे तरह जदों तेरी जुबान दे नाल तू बाणी पढ़ेगी ना, जे उस जुबान दे लई खाधा होया भोजन तेरे शरीर दे अंदर वो पल रहे बच्चे दे तन दा विकास करेगा ना, ते उसे रसना द्वारा पढ़ी हुई बाणी दे नाल उस पल रहे बच्चे दे मन दा विकास होना। बड़े ध्यान दे नाल जे बाणी भोजन खाण दे नाल बच्चे दे तन दा विकास होया ते बाणी पढ़न दे नाल बच्चे दी आत्मा दा विकास होया। फिर जदों वो मां जेड़ी है जिस दिन कंसीव करदी है, वो सुखमनी साहिब नाल जुड़दी है, वो जपजी साहिब नाल जुड़दी है, वो बाणी दे नाल जुड़दी है। फिर ओदे घर चोर ते नाचारी पैदा होवेगा, ओदे घर संत ते ब्रह्म ज्ञानी पैदा होवेगा। मैं जी गल कहना चाहना कि भाई साहब भाई सदानंद जी गुरु तेग बहादुर जी के घर दे विच कथावाचक हैं। बाबा जैता जी दे, भाई साहब भाई जीवन सिंह दे सत्कारयोग जिहड़े पिता जी है वो कथा करते हैं, बाणी पढ़िया करते हैं। अगे चलिए आपां इस घर दे विच 1653 दे विच उन्हां दा, हां मैं बेनती कर रहा सी पटना साहिब की धरती ते हुण जिहड़े भाई साहब भाई आग्या जी हैं, भाई साहब भाई आग्या जी सदानंद दे भरा हन और इन्हां दे जिहड़े सत्कारयोग पिता जी हन वो हन दस भाण तो अगे सुखभान। सुखभान ने की कीता, उस समय भाई कल्याणा जी की याद विच, अपने दादा जी की याद विच दिल्ली शहर विच राय सीना जिहड़ा पिंड है जिथे रकाबगंज साहब गुरुद्वारा ते दिल्ली की पार्लीमेंट है, राय सीना पिंड विच दिलवाला दिलवाली जिहड़ा मुहल्ला है, उस मुहल्ले दे विच भाई साहब भाई कल्याण जी की याद दे विच एक धर्मशाला बनाई है। एक धर्मशाला उस समय बनी है, वो धर्मशाला दे विच उस धर्मशाला नूं कहा जांदा भाई कल्याण जी की धर्मशाला। वो धर्मशाला दे विच जिहड़ी सीगी
ਉਹ ਸੰਗੀਤ ਦੀ ਵਿੱਦਿਆ ਜਿਹੜੀ ਸੀ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਸੀ। ਇਹ 1649 ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਇਸ ਕਰਕੇ ਵਿਦਵਾਨਾਂ ਨੇ ਲਿਖਿਆ ਕਿ ਉਹਨਾਂ ਦਾ ਜਨਮ ਸ਼ਾਇਦ ਦਿੱਲੀ ਦੀ ਜਿਹੜੀ ਦਿਲ ਵਾਲੀ ਜਿਹੜਾ ਮੁਹੱਲਾ ਹੈ ਰਾਏ ਸਿੰਘਾ ਪਿੰਡ ਹੈ ਉਹ ਵਿੱਚ ਹੋਇਆ, ਲੇਕਿਨ ਜਿਹੜਾ ਅੰਗਰੇਜ਼ ਵਕਾਲਤ ਲਿਖਦਾ ਉਹ ਲਿਖਦਾ ਪਟਨਾ ਸਾਹਿਬ ਹੋਇਆ, ਕਿਉਂਕਿ ਉਹਨੂੰ ਇਹ ਭੁਲੇਖਾ ਲੱਗਾ ਕਿ ਇਹ ਪਰਿਵਾਰ ਗੁਰੂ ਤੇਗ ਬਹਾਦਰ ਜੀ ਦੇ ਨਾਲ ਚੱਲ ਕੇ ਪਟਨਾ ਸਾਹਿਬ ਦੀ ਧਰਤੀ ਤੇ ਆਇਆ। ਸੋ ਮੇਰੀ ਜਿਹੜੀ ਕਹਿਣ ਤੋਂ ਬਾਅਦ ਕਿ ਇਹ ਪਰਿਵਾਰ ਸੱਤੂ ਨੰਗਲ ਵੀ ਰਿਹਾ, ਰਮਦਾਸਪੁਰ ਵੀ ਰਿਹਾ, ਪਟਨਾ ਸਾਹਿਬ ਵੀ ਰਿਹਾ, ਦਿੱਲੀ ਵੀ ਰਿਹਾ, ਜਿਸ ਕਰਕੇ ਇਹਨਾਂ ਦੇ ਜਨਮ ਦੇ ਵਿੱਚ ਵੱਖ-ਵੱਖ ਵਿਦਵਾਨਾਂ ਦੀਆਂ ਆਪਣੀਆਂ ਆਪਣੀਆਂ ਰਾਇਆਂ ਹੈ। 1649 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਹ ਹੌਲੀ ਹੌਲੀ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਨਾਲ ਉਹਨਾਂ ਦਾ ਪਿਆਰ, ਗੁਰੂ ਘਰ ਦੇ ਨਾਲ ਉਹ ਉਸ ਤੋਂ ਬਾਅਦ ਜਦੋਂ 1686 ਦੇ ਵਿੱਚ ਭੰਗਾਣੀ ਦਾ ਯੁੱਧ ਹੋਇਆ, ਪਹਿਲਾ ਯੁੱਧ ਭੰਗਾਣੀ ਦਾ ਹੋਇਆ, ਉਸ ਸਮੇਂ ਬਾਬਾ ਜੈਤਾ ਜੀ ਨੇ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋ ਕੇ ਲੜਿਆ, ਕਿਉਂਕਿ ਇਹ ਆਪਾਂ ਇਹ ਖਾਨਦਾਨ ਦੀ ਗੱਲ ਕਰ ਚੁੱਕੇ ਹਾਂ। ਇਹ ਖਾਨਦਾਨ ਸ਼ਸਤਰ ਵਿੱਦਿਆ ਦੀ ਮਾਹਰ ਹੈ। ਜਿੱਥੇ ਇਹ ਸ਼ਸਤਰ ਵਿੱਦਿਆ ਵਿੱਚ ਮਾਹਰ ਹੈ, ਉੱਥੇ ਇਹ ਸ਼ਾਸਤਰ ਵਿੱਦਿਆ ਦੇ ਵਿੱਚ ਸ਼ਸਤਰ ਤੇ ਸ਼ਾਸਤਰ, ਜਿਹੜਾ ਸ਼ਸਤਰ ਹੈ ਤੇ ਉੱਪਰ ਕੀ ਹੈ, ਸ਼ਾਸਤਰ ਹੈ। ਆ ਗੱਲ ਦਾ ਖਿਆਲ ਕਰਿਓ। ਸ਼ਸਤਰ ਨੇ ਹਮੇਸ਼ਾ ਸ਼ਾਸਤਰ ਦੇ ਚਰਨਾਂ ਦੇ ਵਿੱਚ ਹੋ ਕੇ ਚੱਲਣਾ ਹੈ। ਉਹ ਗੱਲ ਵੱਖਰੀ ਹੈ, ਅੱਜ ਅਸੀਂ ਉਲਟਾ ਕੰਮ ਕਰ ਰਹੇ ਹਾਂ। ਰਾਜਨੀਤੀ ਅਸੀਂ ਉੱਪਰ ਲੈ ਗਏ ਹਾਂ, ਧਾਰਮਿਕ ਜਿਹੜੀ ਹੈ ਉਹ ਅਸੀਂ ਹੇਠਾਂ ਕਰ ਦਿੱਤਾ ਹੋਇਆ, ਲੇਕਿਨ ਨਹੀਂ, ਸ਼ਸਤਰ ਜਿੱਥੇ ਇਹ ਸ਼ਸਤਰ ਵਿੱਦਿਆ ਇਹਨਾਂ ਕੋਲ ਹੈ, ਉੱਥੇ ਇਹਨਾਂ ਦੇ ਕੋਲ ਸ਼ਾਸਤਰ ਵਿੱਦਿਆ ਵੀ ਹੈ। ਤੇ ਜਿਹੜੇ ਭਾਈ ਜੈਤਾ ਜੀ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਜੰਗਾਂ ਦੇ ਵਾਸਤੇ ਜਿਹੜੀ ਯੁੱਧ ਵਿੱਦਿਆ ਹੈ ਉਹ ਉਹਨਾਂ ਨੂੰ ਸਿਖਾਇਆ ਕਰਦੇ ਹਨ। ਇਹ ਉਹਨਾਂ ਦਾ ਇੱਥੇ ਤੱਕ ਜੀਵਨ। ਇਸ ਤੋਂ ਮੈਂ ਥੋੜਾ ਜਿਹਾ ਕਿ ਮਾਤਰ ਜੋ ਅੱਜ ਦਾ ਮੈਨੂੰ ਹੁਕਮ ਹੋਇਆ, ਫਿਰ ਮੈਂ ਉਸੇ ਪ੍ਰਕਾਰ ਤੇ ਆਵਾਂਗਾ। ਆਪਣੇ ਤੇ ਭਾਈ ਸਾਹਿਬ, ਭਾਈ ਜਸਪਾਲ ਖਾਲੜਾ ਸਾਹਿਬ, ਜਸਵੰਤ ਸਿੰਘ ਜੀ, ਮਾਫ ਕਰਨਾ, ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਅਟਾਰੀ ਬਾਰਡਰ ਦੇ ਤਕਰੀਬਨ 15 ਕਿਲੋਮੀਟਰ ਉਰਲੇ ਪਾਸੇ ਉੱਤੇ ਜਿਹੜਾ ਪਿੰਡ ਹੈ ਉਹਨਾਂ ਦਾ ਖਾਲੜਾ ਪਿੰਡ ਹੈ। ਇਹ ਅੰਮ੍ਰਿਤਸਰ ਦੇ ਵਿੱਚ ਬੈਂਕਾਂ ਦੇ ਡਾਇਰੈਕਟਰ, ਬਹੁਤ ਸਿੱਧੇ ਸਾਦੇ ਇਨਸਾਨ। ਇਹਨਾਂ ਨੇ ਕੋਈ ਗੋਲੀ ਨਹੀਂ ਚਲਾਈ, ਇਹਨਾਂ ਨੇ ਕਿਸੇ ਦੇ ਵਿਰੁੱਧ ਕਿਰਪਾਨ ਨਹੀਂ ਕੱਢੀ, ਇਹਨਾਂ ਨੇ ਕਿਸੇ ਦੇ ਵਿਰੋਧਤਾ ਨਹੀਂ ਕੀਤੀ। ਸਿਰਫ ਇਹਨਾਂ ਦੇ ਬੈਂਕ ਵਿੱਚ ਇੱਕ ਇਹਨਾਂ ਦਾ ਦੋਸਤ ਕੰਮ ਕਰ ਰਿਹਾ ਸੀ, ਉਹਦਾ ਨਾਮ ਸੀ ਸਰਦਾਰ ਪਿਆਰਾ ਸਿੰਘ। ਜਦੋਂ 1984 ਦਾ ਵਾਕਿਆ ਹੋਇਆ, 1984 ਦੇ ਵਾਕਿਆ ਤੋਂ ਬਾਅਦ 1992 ਤੱਕ ਇਹ ਸਾਰਾ ਕੁਝ ਹੁੰਦਾ ਰਿਹਾ। 1992 ਤੋਂ ਬਾਅਦ 1993 ਦੇ ਵਿੱਚ ਜਦੋਂ ਇਹ ਸਰਦਾਰ ਪਿਆਰਾ ਸਿੰਘ ਜੀ ਸ਼ਾਮ ਨੂੰ ਡਿਊਟੀ ਤੇ ਗਏ ਹੈ ਤੇ ਸ਼ਾਮ ਨੂੰ ਡਿਊਟੀ ਤੇ ਜਾਣ ਤੋਂ ਬਾਅਦ ਵਾਪਸ ਨਹੀਂ ਆਏ, ਉਹ ਲਾਪਤਾ ਹੋ ਗਏ। ਸਿਰਫ ਉਹਦੀ ਲਾਸ਼ ਜਿਹੜੀ ਸੀ, ਉਹਨਾਂ ਦੀ ਲਾਸ਼ ਨੂੰ ਇਹਨਾਂ ਨੇ ਲੱਭਣ ਦਾ ਯਤਨ ਕੀਤਾ ਔਰ ਲੱਭਦਿਆਂ ਇਹ ਪਹੁੰਚੇ ਹਨ ਦੁਰਗਿਆਨਾ ਮੰਦਿਰ ਦੇ ਲਾਗੇ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ। ਜਦੋਂ ਉਹਦੇ ਵਿੱਚ ਗਏ ਆ ਤੇ ਉਹਨਾਂ ਨੇ ਜਾ ਕੇ ਜਿਹੜੇ ਉੱਥੇ ਲਾਸ਼ ਨੂੰ ਜਿਹੜੇ ਅਗਨ ਭੇਟ ਕਰਦੇ ਆ, ਇਹਨਾਂ ਨੂੰ ਜਾ ਕਰਕੇ ਪੁੱਛਿਆ ਇਸ ਤਰ੍ਹਾਂ ਦਾ ਇੱਕ ਨਾਮ ਹੈ। ਕਹਿੰਦੇ ਨਾਮ ਦਾ ਤੇ ਸਾਨੂੰ ਪਤਾ ਨਹੀਂ, ਤੁਸੀਂ ਇਦਾਂ ਕਰੋ ਸਾਡਾ ਰਜਿਸਟਰ ਦੇਖ ਲਓ, ਸ਼ਾਇਦ ਰਜਿਸਟਰ ਦੇ ਵਿੱਚ ਤੁਹਾਨੂੰ ਕੁਝ ਉਹਨਾਂ ਦਾ ਥੋੜਾ ਪਤਾ ਮਿਲ ਜਾਵੇ। ਜਿੱਥੋਂ ਗੱਲ ਸ਼ੁਰੂ ਹੋਈ, ਮੈਂ ਫਿਰ ਬੇਨਤੀ ਕਰਾਂ, ਇਹਨਾਂ ਨੇ ਕੋਈ ਗੋਲੀ ਨਹੀਂ ਚਲਾਈ, ਇਹਨਾਂ ਨੇ ਕੋਈ ਕਿਰਪਾਨ ਨਹੀਂ ਚਲਾਈ, ਇਹਨਾਂ ਨੇ ਕੋਈ ਨਾਰਾ ਨਹੀਂ ਇਹਨਾਂ ਨੇ ਲਾਇਆ। ਇੱਕ ਸਿੰਪਲ ਅੰਮ੍ਰਿਤਸਰ ਦੇ ਬੈਂਕ ਦੇ ਵਿੱਚ ਡਾਇਰੈਕਟਰ, ਰੱਬੀ ਰੂਹ ਬਾਣੀ ਨੂੰ ਪੜਨ ਵਾਲੀ, ਬਸ ਇਸ ਤੋਂ ਬਾਅਦ ਹੋਰ ਕੁਝ ਨਹੀਂ। ਪਰ ਜਦੋਂ ਉਹਨਾਂ ਨੇ ਦੇਖਿਆ, ਰਜਿਸਟਰ ਦੇਖਿਆ, ਜਦੋਂ ਰਜਿਸਟਰ ਚੈੱਕ ਕਰ ਰਹੇ ਆ ਨਾ, ਤੇ ਰਜਿਸਟਰ ਚੈੱਕ ਕਰਦਿਆਂ ਬੜੇ ਹੈਰਾਨ ਹੋਏ। ਹਰ ਲਾਸ਼ ਦੇ ਅੱਗੇ ਲਿਖਿਆ ਲਾਵਾਰਿਸ, ਹਰ ਲਾਸ਼ ਦੇ ਅੱਗੇ ਲਿਖਿਆ ਲਾਵਾਰਿਸ। ਕੋਈ 23 ਸਾਲ ਦਾ ਜਵਾਨ, ਕੋਈ 24 ਸਾਲ ਦਾ ਜਵਾਨ ਕੇਸਾਧਾਰੀ, 23 ਸਾਲ ਦਾ ਜਵਾਨ ਕੇਸਾਧਾਰੀ ਲਾਵਾਰਿਸ। ਉਹਨੂੰ ਯਾਨੀ ਕਿ ਉਹਨਾਂ ਨੇ ਇੱਥੇ ਉਹਨਾਂ ਦਾ ਸੰਸਕਾਰ ਕੀਤਾ। ਉਹਨਾਂ ਨੂੰ ਇਹ ਮਨ ਚ ਹੋ ਗਿਆ ਕਿ ਜੇ ਇਸ ਰਜਿਸਟਰ ਦੇ ਵਿੱਚ 700 ਤੋਂ 800 ਬੰਦੇ ਜਿਹੜੇ ਹੈ ਉਹ ਲਾਵਾਰਿਸ ਹੋਣਗੇ ਤੇ ਹੋਰ ਪੰਜਾਬ ਦੀ ਧਰਤੀ ਤੇ ਕੀ ਕੁਝ ਨਹੀਂ ਹੋਇਆ ਹੋਵੇਗਾ। ਬਸ ਇੱਥੇ ਇਹਨਾਂ ਦੇ ਮਨ ਦੇ ਵਿੱਚ ਨਾ ਜਿਹੜੀ ਜੋਤ ਸੀ ਨਾ ਉਹ ਵਾਹਿਗੁਰੂ ਦੀ ਬੋਲ ਚੱਲਦੀ। ਔਰ ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਬੜੇ ਅੱਛੇ ਵਿਦਵਾਨ ਹੈ, ਕਹਿੰਦੇ ਉਹਨਾਂ ਨੂੰ ਤੁਸੀਂ YouTube ਤੇ ਸੁਣਿਓ। ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਦੱਸਦੇ ਆ, ਕਹਿੰਦੇ ਇਹ ਮੇਰੇ ਨਾਲ ਸੀਗੇ, ਅਸੀਂ ਇਕੱਠੇ ਸੀਗੇ ਤੇ 1973 ਦੇ ਵਿੱਚ ਅਸੀਂ ਕਹਿੰਦੇ ਇਕੱਠੇ ਸੀ ਤੇ 1973 ਦੀ ਜਿਹੜੀ ਕਹਿੰਦੇ ਸੀਗੀ ਮੂਵਮੈਂਟ, ਅਸੀਂ ਉਹ ਇਕੱਠੇ ਸੀਗੇ ਤੇ ਜਦੋਂ ਅਸੀਂ ਇਕੱਠੇ ਸੀ ਨਾ ਤੇ ਕਹਿੰਦੇ ਮੂਵਮੈਂਟ ਦੇ ਵਿੱਚ ਨਾਮ ਜਿਹੜੇ ਸਾਡੇ ਕਹਿੰਦੇ ਉਹ ਚੇਂਜ ਕਰਦੇ ਸੀਗੇ ਤੇ ਇਹਨਾਂ ਦਾ ਨਾਮ ਰੱਖਿਆ ਸੀ ਜਗਦੀਪ।
ध्यान नाल सुनियो, कहते जो जगदीप नाम रखिया वो दिमाग ने काम नहीं किया। अज मेरा दिल ये कह रहा कि वो नाम भी परमात्मा ने तां ही रखाया सी क्योंकि ये जग दे विच वो दीवा वा जिहड़ा सारी उम्र दे लई जगदा रहना है। ये वाहिगुरू जी कहते वो अजमेर सिंह दे बोल मैं रात यूट्यूब ते सुन रहा सीगा, वो सारे सुने। वो कहते इहदा नाम रखिया गया सी 1973 विच जगदीप, क्योंकि अपना असली नाम जिहड़ा उस पा के रखिया जांदा ते जिहड़ा दूसरा नाम है ਉਹਦੇ ਨਾਲ ਆਪਾਂ ਵਿਚਰਦੇ ਆ ਮੂਵਮੈਂਟ ਦੇ ਵਿੱਚ। ਕਹਿੰਦੇ ਅੱਜ ਮੈਨੂੰ ਉਹ ਗੱਲ ਦਾ ਕਹਿੰਦੇ ਮਾਣ ਹੋ ਰਿਹਾ ਕਿ ਉਹ ਜਗਦੀਪ ਨਾਮ ਜਿਹੜਾ ਪਰਮਾਤਮਾ ਨੇ ਆਪਣੇ ਆਪ ਕਹਿੰਦੇ ਜਿਹੜੀ ਸੰਸਥਾ ਸੀ ਉਹਦੇ ਕੋਲੋਂ ਰਖਾਇਆ। ਇਹ ਤਾਂ ਰਖਾਇਆ ਕਿ ਇਹ ਜਗ ਦੇ ਵਿੱਚ ਦੀਵਾ ਜਿਹੜਾ ਇਹ ਸਾਰੀ ਉਮਰ ਲਈ ਜਗਦਾ ਰਹੇਗਾ। ਇਸ ਤਰ੍ਹਾਂ ਉਹਨਾਂ ਨੇ ਫਿਰ ਪੱਟੀ ਦੇ ਤਰਨਤਾਰਨ ਦੇ ਸਾਰੇ ਸ਼ਮਸ਼ਾਨ ਘਾਟ ਚੈੱਕ ਕੀਤੇ। ਜਦੋਂ ਸ਼ਮਸ਼ਾਨ ਘਾਟ ਚੈੱਕ ਕੀਤੇ ਤੇ ਤਕਰੀਬਨ 25 ਤੋਂ 30 ਹਜ਼ਾਰ ਦੀ ਗਿਣਤੀ ਜਿਹੜੀ ਲਾਵਾਰਿਸ ਲਾਸ਼ਾਂ ਦੀ ਇਹਨਾਂ ਨੇ ਫਿਰ ਕਿਸੇ ਤਰੀਕੇ ਦੇ ਨਾਲ ਉਹ ਜਿਹੜੇ ਰਜਿਸਟਰ ਸੀਗੇ ਉਹਨਾਂ ਦੀਆਂ ਫੋਟੋ ਸਟੇਟ ਕਾਪੀਆਂ ਲੈ ਲਈਆਂ। ਫੋਟੋ ਸਟੇਟ ਕਾਪੀਆਂ ਲੈ ਲਈਆਂ। ਜਦੋਂ ਡੀਸੀ ਨੂੰ ਪਤਾ ਲੱਗਾ ਨਾ ਤੇ ਡੀਸੀ ਨੇ ਇਹਨਾਂ ਨੂੰ ਹੁਕਮ ਕੀਤਾ, ਕਹਿੰਦੇ ਜੇ ਉਹ ਲਾਵਾਰਿਸ ਲਾਸ਼ਾਂ ਹਨ ਨਾ ਤੇ ਤੂੰ ਵੀ ਕਹਿੰਦੇ ਲਾਵਾਰਿਸ ਬਣ ਸਕਦਾ ਹੈ। फिर इन्होंने पंजाब दे विच उस चीज नहीं उजागर किया, इन्होंने नप लिया। फिर इन्होंने ओटावा कैनेडा की धरती के पार्लीमेंट दे विच जा करके ये सारियां लाशां दा जिहड़ा जिक्र किया कि पंजाब दे विच आ कुछ होया, यूएन तक ये कुछ होया। साथ संगत जी मेरी कहने का मतलब मैं तां आप जी दे चरणों च बेनती कीती अपने बच्चों नूं असीं ये गुरु नानक दे घर दा इतिहास ये जिहड़ा शहीदां दा इतिहास वो असीं दसीए। फिर जो ओटावा की धरती तो वापस आए है, कैनेडा तो वापस आए है, 6 सितंबर 1995 अपने घर दे विच कदी कार धो रहे सी, कार वाश कर रहे सी। अपनी कार वाश करदियां इन्हां चक लिया गया। इन्हां पता सी जे ये लावारिस लाशां हन ते मेरी भी लाश जिहड़ी आ वो लावारिस जिहड़ी बन जानी है। और इतिहास कहदा जिहड़े उदों दे अफसर है उन्होंने माड़ियां माड़ियां गल्लां कीतियां, कहंदे इन्हां दीयां लत्तां नूं पाड़ के ते शद्दत करके इन्हां नूं पूरी तरह इन्हां नूं सीए दे के उन्होंने मारिया। पर सिख कौम कहती है उन्होंने शहीद किया गया। वो कहते सी कतल किया सी, मारिया मुकाया लावारिस बनाया, पर नहीं सिख कौम कहती है असी उन्होंने इन्हों शहीद कर दिता। भाई साहब भाई जसवंत सिंह जी खालड़ा इन्हां दे जीवन के बारे इन्हां दे सत्कारयोग जिहड़ी सुपत्नी है भैन जी परमजीत कौर जी जो अज भी हैं उन्होंने कैनेडा की धरती तो बाहरली सरकारां ने यह गल कही सी असीं तुहाडी पैसे की मदद करिए। उन्होंने कहा मैनूं पैसे की लोड़ नहीं, मैं अपने बल के ऊपर अपना केस लड़ रही हूँ। अज भी जिहड़ी बीबी है वो केस लड़ रही है सुप्रीम कोर्ट दे विच कि जिहड़ा इन्हां ते तशद्दद किया गया और जिहड़ियां लावारिस लाशां हन उन्हां दे बारे सानूं दस्सिया जावे कि वो किन्नियां हन, कित्थों हन ते किहड़े अफसर ने कराईयां, किहड़े दे कहण ते होईयां। पर चलो आप जी नूं पता ही है ये गल्लां ते राजनीति गल्लां ते मैं कई बारी बेनती करदा हुंदा शहीद ते राजनीति विच की फर्क है। शहीद कह रहा तुसीं पिछे हो मैं अगे जाना जो गोली बढ़ती है, ते राजनीति कह रहा तुसीं अगे हो ते मैं पिछे जाना। बस इन्ना कुछ फर्क है शहीद ते राजनीति विच। शहीद कह रहा तुसीं पिछे हो मैं अगे जाना, मैं गोली अपने सीने ते खाना। राजनीति कह रहा तुसीं अगे जाओ मैं पिछे रहना, क्योंकि तुहाडी शहादत तो बाद तुहाडी पिठ दे ऊपर तुहाडी लाश दे ऊपर लत रख के मैं मुड़ के कहते राज करना। इन्ना कुछ फर्क है शहीद ते एक राजनीतिक बंदे दे। बड़े ध्यान नाल अगे चली मैं ये बेनती करना चाहुंदा 1649 दे विच भाई साहब भाई जैता जी दा जन्म गुरु घर दे नाल जुड़े, गुरु घर दीयां जंगां दे नाल जुड़े, गुरु का आनंदपुर साहिब दा। इस तो पहला गुरु घर दे नाल माफ करना जी मैं बेनती करना चाहुंदा गुरु तेग बहादुर जी दी महाराज जी दी जिहड़ी शहादत है वो 1675 नूं होई है। 1675 नूं जदों शहादत हुई है इस तो पहला गुरु तेग बहादुर जी के नाल 5 गुरु जिहड़े ना वो दिल्ली की धरती ते गए हैं। भाई मतीदास जी, भाई सतीदास जी, भाई दयाला जी, बाबा गुरदित्ता जी के नाल भाई साहब भाई जैता जी के पंजे गए। भाई सतीदास मतीदास ने भाई दयाला जी को आप जी को पता उसे शहीद कर दिता गया। बाबा गुरदित्ता जी यमुना पार उन्होंने अपना सीस त्याग उन्होंने प्राण त्याग दिते ते उस तो बाद भाई जैता जी ने दिल्ली की धरती ते उस समय की हुकूमत तो चोरी भाई मतीदास जी, भाई सतीदास जी, भाई दयाला जी दी लाशां नूं जिहड़ियां उन्होंने यमुना पार सुटिया सी ना, लावारिस कह के सुटिया सी ना, उन्हां दा संस्कार भाई जैता जी ने
ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ ਕੀਤਾ। ਬਾਬਾ ਗੁਰਦਿੱਤਾ ਜੀ ਦੀ ਜਿਹੜੀ ਲਾਸ਼ ਸੀਗੀ ਉਹਨਾਂ ਦਾ ਸੰਸਕਾਰ ਭਾਈ ਜੈਤਾ ਜੀ ਨੇ ਕੀਤਾ। ਫਿਰ ਭਾਈ ਜੈਤਾ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਹੋਈ ਉਸ ਸਮੇਂ ਉਹਨਾਂ ਦਾ ਸੀਸ ਉਹਨਾਂ ਨੇ ਚੱਕਿਆ। ਮੈਂ ਹੁਣ ਉਸ ਸੀਸ ਦੇ ਜਿਹੜੇ ਪੜਾਅ ਪਹਿਲਾ ਪੜਾਅ ਕੀਤਾ ਆ ਕੇ ਉਹਨਾਂ ਨੇ ਤਰਵਾੜੀ ਆ ਕੇ ਉਹਨਾਂ ਨੇ ਪਹਿਲਾ ਪੜਾਅ ਕੀਤਾ ਤੇ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਭਾਈ ਦੇਵਾ ਰਾਮ ਜਿਹੜਾ ਧੋਬੀ ਸੀ ਨਾ ਉਹ ਰਾਤ ਨੂੰ ਮਿਲਿਆ। ਉਸ ਤੋਂ ਬਾਅਦ ਅਗਲਾ ਪੜਾਅ ਕੀਤਾ ਉਹਨਾਂ ਨੇ ਆ ਕੇ ਟਾਂਗਰੀ ਅੰਬਾਲੇ ਦੇ ਲਾਗੇ ਟਾਂਗਰੀ ਜੰਡ ਦੇ ਲਾਗੇ ਜਿਹੜੇ ਉਹ ਹੇਠਾਂ ਬੈਠੇ ਅਸੀਸ ਲੈ ਕੇ ਤੇ ਉਦੋਂ ਟਾਂਗਰੀ ਨਦੀ ਪਾਰ ਕਰਨ ਤੋਂ ਬਾਅਦ ਉਹ ਕਿਸੇ ਸਿੱਖ ਦੇ ਘਰ ਗਏ ਰਾਤ ਉੱਥੇ ਕੱਟੀ। ਉਸ ਤੋਂ ਬਾਅਦ ਤੀਸਰਾ ਪੜਾਅ ਉਹਨਾਂ ਨੇ ਕੀਤਾ ਨਾਢਾ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵਿੱਚ ਉਸ ਸਮੇਂ ਬਣਿਆ। ਪਹਿਲਾਂ ਨਾਮ ਨਾਢਾ ਨਹੀਂ ਸੀ, ਪਹਿਲਾਂ ਉੱਥੇ ਇੱਕ ਦਰਗਾਹੀ ਫਕੀਰ ਰਿਹਾ ਕਰਦਾ ਸੀ। ਉਹ ਦਰਗਾਹੀ ਫਕੀਰ ਜਿਹੜਾ ਸੀ ਗੁਰੂ ਤੇਗ ਬਹਾਦਰ ਜੀ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਨੇ ਸੰਗਤ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਅੰਦਰ ਸਿਮਰਨ ਦਾ ਜਿਹੜਾ ਬੀਜ ਬੋਇਆ ਸੀ ਉਹ ਤਾਂ ਇੰਤਜ਼ਾਰ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਕਿਸੇ ਵੇਲੇ ਮੈਂ ਤੁਹਾਡੀ ਸੰਗਤ ਕੀਤੀ ਹੈ, ਤੁਸੀਂ ਮੇਰੇ ਅੰਦਰ ਸਿਮਰਨ ਦਾ ਬੀਜ ਪਾਇਆ ਤੇ ਅੱਜ ਦੇਖੋ ਉਹ ਬੀਜ ਜਿਹੜਾ ਹੈ ਉਹ ਦਰਖਤ ਬਣ ਕੇ ਉੱਠਿਆ ਔਰ ਦਰਖਤ ਦੇ ਦੇਖੋ ਫਲ ਕਿੰਨੇ ਲੱਗੇ। ਇਸ ਲਈ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ। ਉਹ ਦਰਗਾਹੀ ਫਕੀਰ ਦੇ ਕੋਲ ਰਾਤ ਕੱਟੀ। ਉਸ ਤੋਂ ਬਾਅਦ ਚੌਥਾ ਪੜਾਅ ਉਹਨਾਂ ਨੇ ਕੀਰਤਪੁਰ ਸਾਹਿਬ ਆ ਕੇ ਕੀਤਾ। ਕੀਰਤਪੁਰ ਜਿੱਥੇ ਦੀਵਾਨਗੜ੍ਹ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ, ਜਿੱਥੇ ਗੁਰੂ ਹਰਰਾਏ ਜੀ ਦਾ ਸੰਸਕਾਰ ਕੀਤਾ ਗਿਆ, ਉਹਨਾਂ ਦੇ ਮਨ ਵਿੱਚ ਇਹ ਸੀਗਾ ਵੀ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੰਸਕਾਰ ਵੀ ਇੱਥੇ ਹੀ ਕਰਨਾ ਹੋਵੇਗਾ। ਉੱਥੋਂ ਉਹਨਾਂ ਨੇ ਫਿਰ ਸੁਨੇਹਾ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਉਦੋਂ ਉਹਨਾਂ ਦਾ ਨਾਮ ਗੋਬਿੰਦ ਰਾਏ ਸੀ। ਗੋਬਿੰਦ ਰਾਏ ਜੀ ਨੂੰ ਸੁਨੇਹਾ ਭੇਜਿਆ ਕਿ ਗੋਬਿੰਦ ਰਾਏ ਜੀ ਨੂੰ ਸੁਨੇਹਾ ਦਿਓ ਕਿ ਮੈਂ ਤੁਹਾਡੇ ਸਤਿਕਾਰਯੋਗ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਬੜੇ ਸਤਿਕਾਰ ਦੇ ਨਾਲ ਦਿੱਲੀ ਦੀ ਹਕੂਮਤ ਤੋਂ ਚੱਲਦਾ ਹੋਇਆ, ਦਿੱਲੀ ਦੀ ਹਕੂਮਤ ਤੋਂ ਬਚਦਾ ਹੋਇਆ, ਰਸਤੇ ਵਿੱਚ ਕੰਡੇ ਵੇਧਦਾ ਹੋਇਆ, ਰਸਤੇ ਵਿੱਚ ਝਾੜੀਆਂ ਤੋਂ ਲੰਘਦਾ ਹੋਇਆ, ਭੁੱਖਾ ਧਿਆਣਾ ਨੀਂਦਰਾ ਹੁੰਦਾ ਹੋਇਆ ਮੈਂ ਅੱਜ ਇੱਥੇ ਪਹੁੰਚਿਆ। ਤੇ ਜਦੋਂ ਗੋਬਿੰਦ ਰਾਏ ਜੀ ਨੂੰ ਪਤਾ ਲੱਗਾ, ਉਹਨਾਂ ਦੇ ਨਾਲ ਮਾਤਾ ਨਾਨਕੀ ਜੀ, ਉਹਨਾਂ ਦੇ ਨਾਲ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਨਾਲ ਗੋਬਿੰਦ ਰਾਏ ਜੀ ਤੇ ਨਾਲ ਕੁਝ ਸਿੱਖ ਉਹ ਪਾਲਕੀ ਲੈ ਕੇ ਆਏ। ਜਦੋਂ ਪਾਲਕੀ ਲੈ ਕੇ ਆਏ, ਪਾਲਕੀ ਵਿੱਚ ਸੀਸ ਰੱਖਿਆ ਗਿਆ। ਜਦੋਂ ਸੀਸ ਦੇ ਦਰਸ਼ਨ ਮਾਤਾ ਨਾਨਕੀ ਜੀ ਨੇ ਕੀਤੇ ਨਾ ਤੇ ਮਾਤਾ ਨਾਨਕੀ ਜੀ ਡਗੋਰੀ ਦੇ ਨਾਲ ਚੱਲ ਰਹੇ ਆ ਤੇ ਇੱਕ ਹੱਥ ਵਿੱਚ ਉਹਨਾਂ ਦੀ ਡਗੋਰੀ ਹੈ ਤੇ ਦੂਜਾ ਹੱਥ ਉਹਨਾਂ ਨੇ ਗੋਬਿੰਦ ਰਾਏ ਦੇ ਗੋਡਿਆਂ ਤੇ ਰੱਖਿਆ ਹੋਇਆ। ਤੇ ਮੈਂ ਤਾਂ ਹੀ ਤੇ ਬੇਨਤੀ ਕੀਤੀ, ਜੇ ਕਿਤੇ ਦਾਦੀ ਆਪਣਾ ਗੋਡਾ ਕਾਇਮ ਕਰ ਲਵੇ ਤੇ ਉਹਨੂੰ ਬੁਢਾਪੇ ਦੇ ਵਿੱਚ ਉਹਦਾ ਪੋਤਰਾ ਜਿਹੜਾ ਵਾ ਉਹ ਸਹਾਰਾ ਦੇਊਗਾ। ਉਹੀ ਗੋਡਾ ਜਿਹੜਾ ਉਹਦੇ ਬੁਢਾਪੇ ਦੇ ਵਿੱਚ ਨਹੀਂ ਚੱਲਦਾ, ਕਿਉਂਕਿ ਮਾਂ ਦੀ ਗੋਦੀ ਤੇ ਦਾਦੀ ਦਾ ਗੋਡਾ, ਬੜੇ ਧਿਆਨ ਨਾਲ ਸੁਣਿਓ, ਮਾਂ ਦੀ ਗੋਦੀ ਕਾਇਮ ਹੈ, ਦਾਦੀ ਦਾ ਗੋਡਾ ਕਾਇਮ ਹੈ। ਬੱਚਾ ਕਦੀ ਵੀ ਸਿੱਖੀ ਤੋਂ ਦੂਰ ਨਹੀਂ ਜਾ ਸਕਦਾ, ਕਿਉਂਕਿ ਉਹਨੂੰ ਸੰਗਤ ਹੀ ਐਸੀ ਮਾਂ ਦੀ ਮਿਲਣੀ, ਸੰਗਤ ਹੀ ਐਸੀ ਦਾਦੀ ਦੀ ਮਿਲਣੀ ਹੈ ਜਿਹਨੇ ਨਿਤ ਉਹਨੂੰ ਗੁਰਦੁਆਰੇ ਲੈ ਕੇ ਆਉਣਾ। ਤੇ ਬਾਬਾ ਕਬੀਰ ਜੀ ਪਤਾ ਕੀ ਕਹਿੰਦੇ? ਕਬੀਰ ਨਿਰਮਲ ਬੂਦ ਆਕਾਸ਼ ਕੀ, ਨਿਰਮਲ ਬੂਦ ਆਕਾਸ਼ ਕੀ ਕਹਿੰਦੇ? ਜਦੋਂ ਆਸਮਾਨ ਤੋਂ ਬਾਰਿਸ਼ ਹੁੰਦੀ ਨਾ, ਉਹ ਜਿਹੜੀ ਪਹਿਲੀ ਬੂੰਦ ਡਿੱਗਦੀ ਆ ਉਹਦੇ ਵਿੱਚ ਕੋਈ ਤੇਜ਼ਾਬ ਨਹੀਂ ਹੁੰਦਾ, ਕਹਿੰਦੇ ਬੜੀ ਪਵਿੱਤਰ ਹੈ। ਨਿਰਮਲ ਬੂਦ ਆਕਾਸ਼ ਕੀ, ਲੇਕਿਨ ਹੋਇਆ ਕੀ? ਪਰ ਗਈ ਭੂਮि ਵਿਕਾਰ ਮਾੜੀ ਧਰਤੀ ਵਿੱਚ ਕਹਿੰਦੇ ਪੈ ਗਈ। ਕਬੀਰ ਨਿਰਮਲ ਬੂਦ ਆਕਾਸ਼ ਕੀ, ਪਰ ਗਈ ਭੂਮि ਵਿਕਾਰ, ਬਿਨ ਸੰਗਤ ਉਹ ਮਾਨ ਗਈ, ਹੋਏ ਗਈ ਪਖਸ਼ਾਰ। ਉਹਨੂੰ ਚੰਗੀ ਸੰਗਤ ਨਹੀਂ ਮਿਲੀ, ਉਹਨੂੰ ਜਰਖੇਜ਼ ਧਰਤੀ ਨਹੀਂ ਮਿਲੀ। ਕਬੀਰ ਨਿਰਮਲ ਬੂਦ ਆਕਾਸ਼ ਕੀ, ਪਰ ਗਈ ਭੂਮि ਵਿਕਾਰ, ਬਿਨ ਸੰਗਤ ਉਹ ਮਾਨ ਗਈ, ਹੋਏ ਗਈ ਪਖਸ਼ਾਰ। ਉਹਦੇ ਇਹ ਹਾਲਾਤ ਹੋਣਗੇ ਜਦੋਂ ਇਕੱਠੇ ਦੇ ਵਿੱਚ ਗਿੱਟਾ ਪੱਕ ਕੇ ਉਸ ਤੋਂ ਬਾਅਦ ਕਾਲੀ ਸੋਭਾ ਜਿਹੜੀ ਵਿੱਚੋਂ ਨਿਕਲਦੀ ਹੈ, ਜਿਹੜੀ ਕਿਤੇ ਵੀ ਕੰਮ ਨਹੀਂ ਆਉਂਦੀ। हाँ, दूसरा श्लोक नारी कबीर निर्मल बूंद आकाश की, लीनी पूर्व मिलाए, लीनी पूर्व मिलाए। चंगी धरती मिल गई, चंगी धरती मिल गई, चंगी संगत मिल गई। कबीर निर्मल बूंद आकाश की, लीनी पूर्व मिलाए। अनेक सियाने पच गए, फिर दुनिया दे लोग कहन बचिया अमृत ला दे, दुनिया दे लोग कहन गुरुद्वारे जाना छड़ दे। अनेक सियाने पच गए, थक गए, मर गए, ना निर्वाणी जाए। वो उन्हां दे कदी पिछे नहीं लगेगा, उस रातों गला गुरु के नाल लगेगा। मेरी बेनती जो अपनी अखा ना देख के आ गया। फ्रांस मेरे 2 दीवान से पिछला वीक से उतो पिछला 2 वीक फ्रांस में जो मैं देखा, व्हाट आई हैव सीन विद माय ओन आईज। 13 साल के बच्चों की मावां ने फ्रांस भेजिया। कारण कि फ्रांस का एक रूल है, तुसीं 2 साल स्कूल ज्वाइन कर लो तो 18 साल तो पहला रेड पासपोर्ट मिल जाता।
वो बच्चे अज की करते पार्कों के जाते हैं, स्कूल तो बाद दारू पीते हैं, ते जिहड़ा अगे काम करते हैं मेरी जुबान वो तुहानूं नहीं दस सकदा। बहुत मैं आई हैव सीन विद माय ओन आईज, मैं देख के अपने पट्टा ते हाथ मारिया आ साडे सिखां दे बच्चे गल की है, क्योंकि असीं उहनूं संगत दी जे तुसीं 13 साल च बच्चा भेजना सी, 14 साल दे बच्चा भेजना सी, कम से कम ਉਹਦੇ अंदर बाणी ते बाणी होंदी बचपन च, और उन्हां बच्चों के वाल उन्हां दियां आ देखे मैं बाहां देखदियां बाहां दे की बनाया आई कांट एक्सप्लेन भी होके मैं की कुछ देखेगा। फिर मैं उन्होंने एक दिन क्लास लाई, बैठ गए मेरे को जिस तरह आप ही बैठे हो, वो नीनी पा के बैठे नाल मुस्करा रहे हैं कि बाबा तुम बोली जाओ मर्जी तेरी बात अपनी कर ली। मैं उन्होंने साइकोलॉजी समझदा पिया सी, बट मेरा फर्ज सीगा एक नूं मैं कहा, मैं कहा तुसीं मूल मंत्र करदे हो, कहते मैनूं ते मूल मंत्र आउंदा ही नहीं, घट तो घट उस बच्चे की 16 तो 17 साल की उम्र होगी जो मैं देखिया। जिस बच्चे को यह नहीं पता कि गुरु नानक साहिब की बाणी की शुरुआत कितों हो रही है, वो बच्चा जिंदगी दे विच की करेगा। मैं तां बेनती करता मां की गोदी ते दादी का गोडा, क्योंकि दादी के गोडे नूं फड़ के बच्चे ने निके निके पैरों के नाल गुरुद्वारे पाया, क्योंकि मां की गोदी 3 से 4 साल, उस तो बाद मां ने अपने कारज करनी है, ते जिहड़ा अपना बच्चा है वो दादी की गोदी दे विच गोडे दे नाल उन्हें ला देना। बाबा कबीर जी कहते कबीर निर्मल बूंद आकाश की लीनी भूम मिलाए, अनेक सियाने पच गए ना निर्वारी जाए। वो बच्चा जिहड़ा कदी भी सिक्खी तो दूर नहीं होवेगा, वो बच्चा कदी भी सिक्खी तो दूर नहीं होवेगा। बाबा भाई साहब भाई जैता जी कीरतपुर साहिब की धरती ते पालकी नहीं, पालकी जो माता नानकी जी ने गुरु तेग बहादुर जी के सीस के दर्शन किए ना, ते जो दर्शन किए ते उन्हां दे मूंह चों यकरा की निकलिया, ओही रूहानियत ओही नूर जेड़ा मैं पुत्र गुरु तेग बहादुर नूं आनंदपुर साहिब की धरती तो तोड़िया सी, ओही नूर लेके मेरा पुत्र वापस आया। माता नानकी जी ने पुत्र नूं लिया सीने नाल लाया सीस नूं, उस तो बाद माता गुजर कौर जी ने देखा, माता गुजरी जी ने देखा, जो माता गुजरी जी ने दर्शन किए ते उन्होंने यक लग किया, साइया तेरी केसा स्वासा नाल निभ गई है, मैं तेरे चरणों दे विच अरदास करदी हां कि तू मेरे वास्ते भी अरदास कर, मेरी भी सिक्खी केसा स्वासा दे नाल निभ जावे। ते माता गुजर कौर जी दी अपनी जी निभी, उन्हें अपने साहबजादे अपने पोतरियां दी भी जिहड़ी सिक्खी है वो केसा स्वासा दे नाल निभाई। उतों फिर कलगियां वाले ने जो गुरु तेग बहादुर जी महाराज का सीस देखा ते उन्होंने फिर यक लग किया, कहंदे हुण वो गल नहीं है, हुण बनेगा की चूकर अस हवा हीर दे दर गुजस हलाल अस मुर्दरदा शमशीर दस्त। ओ औरंगजेब असी सारे हीरे ते वसीले करके देख गए, पर तू बंदा नहीं बनया, तू मुगल तुसी बंदे नहीं बने, चूकर अस हवा हीर दे असी सारे हीरे करके देख ले दर गुजस हलाल अस मुर्दरदा शमशीर दस्त। हुण किरपान दे मुठे नूं हथ पाउणा बिल्कुल जायज़ है। 1931 ਦੇ ਵਿੱਚ ਕੀ ਹੋਇਆ ਸੀ? ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਗਾਂਧੀ ਕਹਿੰਦੇ ਆ। ਉਹਨੇ ਸੀਸਗੰਜ ਸਾਹਿਬ ਦੇ ਵਿੱਚ ਲੈਕਚਰ ਦਿੱਤਾ ਤੇ ਕਸਮ ਖਾਧੀ ਸੀ, ਸਿੱਖੋ ਸਾਡਾ ਸਾਥ ਦਿਓ, ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ, ਤੇ ਜੇ ਅਸੀਂ ਤੁਹਾਨੂੰ ਤੁਹਾਡਾ ਬਣਦਾ ਅਧਿਕਾਰ, ਮੈਂ ਸ਼ਾਇਦ ਇਹ ਸਾਰਾ ਕੁਝ ਇੱਥੇ ਬੋਲ ਗਿਆ ਸੀ ਪਿਛਲੀ ਵਾਰ। 1931 ਦੇ ਵਿੱਚ ਉਹਨੇ ਕਸਮ ਖਾਧੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ, ਸਿੱਖੋ ਸਾਡਾ ਸਾਥ ਦਿਓ, ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ, ਜੇ ਅਸੀਂ ਆਜ਼ਾਦ ਕਰਾ ਕੇ ਤੁਹਾਨੂੰ ਤੁਹਾਡਾ ਅਧਿਕਾਰ ਨਾ ਦਿੱਤਾ, ਤੁਸੀਂ ਹਥਿਆਰ ਫੜ ਲਿਓ, ਤੁਸੀਂ ਹਥਿਆਰ ਫੜ ਸਕਦੇ ਹੋ। ਤੇ ਜੇ ਸਿੱਖਾਂ ਨੇ 1984 ਵਿੱਚ ਹਥਿਆਰ ਫੜ ਲਏ ਤੇ ਕਿਹੜੀ ਨੌਬਤ ਆ ਗਈ। ਤੁਸੀਂ ਆਪ ਹੀ ਤਾਂ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਕਸਮ ਖਾ ਰਹੇ ਹੋ, ਵਾਅਦਾ ਕਰ ਰਹੇ ਹੋ, ਮੀਟਿੰਗਾਂ ਕਰ ਰਹੇ ਹੋ। ਪਹਿਲੀ ਮੀਟਿੰਗ ਹੋਈ ਸੀ 1929 ਦੇ ਵਿੱਚ, ਦੂਜੀ ਹੋਈ ਸੀ 1933 ਦੇ ਵਿੱਚ, ਤੀਜੀ ਹੋਈ 1936 ਦੇ ਵਿੱਚ। ਤਿੰਨਾਂ ਮੀਟਿੰਗਾਂ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੇ ਇਹੋ ਗੱਲਾਂ ਕਹੀ ਸੀ, ਸਿੱਖੋ ਸਾਡਾ ਇੱਕ ਵਾਰ ਸਾਥ ਦੇ ਦਿਓ, ਅਸੀਂ ਅੰਗਰੇਜ਼ਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ, ਤੇ ਜੇ ਤੁਹਾਡਾ ਅਸੀਂ ਬਣਦਾ ਅਧਿਕਾਰ ਤੁਹਾਨੂੰ ਨਾ ਦਿੱਤਾ ਤੇ ਤੁਸੀਂ ਹਥਿਆਰ ਫੜ ਸਕਦੇ ਹੋ, ਤੇ ਜੇ ਸਿੱਖਾਂ ਨੇ ਹਥਿਆਰ ਫੜ ਲਏ ਤੇ ਫੇਰ ਕਿਹੜੀ ਨੌਬਤ ਆ ਗਈ। मैं ये बेनती करना 1984 के एक कारण सी जिहदे पिछे तुहाडे ते बोल गया 26-27 कारण सी पंजाबी सूबा सारा मैं ये बेनती करना चाहुंदा। गुरु गोबिंद सिंह जी महाराज ने कहा क्योंकर अस हमा हीर के दर गुजस्त हलाल अस बुर्दन बा शमशीर दस्त। ते जदों जफरनामा तुसीं पढ़दे हो ते गुरु गोबिंद सिंह जी कहंदे हन
कि हाँ शुद्ध के तू बचगा भ्रष्टाचार ओ औरंगजेब की होया तू मेरियां चार चंगियाड़ियां बुझा दित्तियां कि हाँ शुद्ध के तू बचगा कुश्ता मैंने को के मेरे तू बच्चे नु मार दिता कि हाँ शुद्ध के तू बचगा भ्रष्टाचार के बाकी बमा दस्त पेची दा बार एदा उल्टा कीता सी किसी ने इन पुत्रन के शीश पर वार दिए से चार मुए तो क्या पया जीवत गई हजार ये मैं गल तां की है कि गुरु गोबिंद सिंह जी ने किना नु पुत्र क्या पहला उन्होंने पुत्र क्या सीगा सिखां दूसरा उन्होंने क्या भाई जैता जी ने क्या रंगरेटा गुरु का बेटा ते तीसरा उन्होंने अपने पुत्र क्या सी भाई साहब भाई गणी खां ते नबी खान तिन्ना नु गुरु साहब ने अपने सीने नाल ला के अपने पुत्रा दा खिताब दा अपने पुत्र दा सीगे वो उन्हां नु एक पासे रख दी उन्हां तो बगैर तिन्ना नु गुरु साहब ने पुत्र क्या सी इन पुत्रन के शीश पर वार दिए से चार हुए तो क्या पया जीवत गई हजार ए जिन्ने जेड़े मेरे सामने बैठे हैं ए मेरे पुत्र है फिर देखो वार ना कदी विचार कीती वार ना कि तुम कर दे साडे बच्चियां दी शादी हुंदी है ना ते बापू दो पैग ला के ते 100 ਦਾ ਯੂਰੋ ਦਾ ਨੋਟ ਕਰਦਾ ਤੇ ਜੇ ਪੰਜਾਬ ਦੇ 500 ਕਰ ਤੂੰ ਵਾਰਨਾ ਕਰਨ ਦਾ ਮਤਲਬ ਕੀ ਹੈ ਪੁੱਤਰ ਆ ਜਿਹੜਾ ਪੈਸਾ तेरे को मैं वार दिता कहने को पाप पैसे की तेरे सामने कीमत कोई नहीं है इसलिए गुरु गोबिंद सिंह जी ने अपने चार साहिबजादे बारे इन्हां सिखां दे उपरों क्योंकि मेरे चार साहिबजादियां दी कोई कीमत नहीं है आ जेड़ी मेरे सामने मेरे सिख बैठे हैं ये मेरे लिए सब तो उत्तम है वारना उतो कीता जांदा जेदी कीमत ज्यादा होवे जिस चीज दा वारना कीता जांदा ओदी कीमत घट होवे इन पुत्रन के शीश पर वार दिए से चार गुरु साहब ने वारे ਸਾਡੇ ਦੇ ਉੱਪਰੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੀ ਪਹੁਲ ਦੇ ਨਾਲ ਸਾਂਝ ਪਾਈ ਤੇ ਮੈਂ ਕਈ ਵਾਰ ਬੇਨਤੀ ਕਰਦਾ ਕਿ ਗੁਰੂ ਗੋਬਿੰਦ ਸਿੰਘ ਜੀ ਗੋਡੇ ਦੇ ਵਾਰ ਕੇ ਖੰਡੇ ਬਾਟੇ ਦੀ ਪਹੁਲ ਛਕ ਸਕਦੇ ਹੈ ਤੇ ਪੰਜ ਪਿਆਰਿਆਂ ਨੂੰ ਕਹਿ ਸਕਦੇ ਹੈ ਕਿ ਜਿੱਦਾਂ ਮੈਂ ਤੁਹਾਨੂੰ ਖੰਡੇ ਬਾਟੇ ਦੀ ਪਹੁਲ ਬੁਲਾਈ ਹੈ ਤੁਸੀਂ ਵੀ ਮੈਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਾਓ ਜੇ ਗੁਰੂ ਗੋਡੇ ਮੂਹੇ ਮਾਰ ਸਕਦਾ ਗੋਡੇ ਮੂਹੇ ਮਾਰ ਕੇ ਭੁੱਖ ਬਣਾ ਸਕਦਾ ਤੇ ਸਿੱਖਾ ਤੂੰ ਕਿਉਂ ਨਹੀਂ सिखा तू क्यों नहीं क्योंकि गुरु समझता है कि मैनू खंडे बाटे की बहुत ही जरूरत है मैं भुख जोड़ के उन्हां पंजा प्यारिਆਂ ਦੇ ਅੱਗੇ ਮੰਗ ਸਕਦਾ ਤੇ ਅਸੀਂ ਵੀ ਸਾਥ ਸਕਦੇ ਜੀ ਅਸੀਂ ਵੀ ਉਸੇ ਗੁਰੂ ਗੋਬਿੰਦ ਸਿੰਘ ਜੀ ਔਲਾਦ ਤੋਂ ਹੁੰਦੇ ਆ ਅਸੀਂ ਵੀ ਆਪਣੇ ਗੋਡੇ ਉੱਤੇ ਮਾਰੀਏ ਤੇ ਗੁਰੂ ਗੋਬਿੰਦ ਸਿੰਘ ਜੀ पंजा प्यारिਆਂ ਤੋਂ ਖੰਡੇ ਬਾਟੇ ਦੀ ਬਹੁਤ ਜਿਹੜੀ ਹੈ ਉਹ ਲਈਏ ਮੈਂ ਜਿਹੜੀ ਬੇਨਤੀ ਕਰਨੀ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਜੈਤਾ ਜੀ ਤੋਂ ਸਾਰੀ ਗੱਲਬਾਤ ਪੁੱਛੀ ਭਾਈ ਜੈਤਾ ਜੀ ਤੋਂ ਸਾਰੀ ਗੱਲਬਾਤ ਪੁੱਛ ਕੇ ਉਹਨਾਂ ਨੇ ਭਾਈ ਜੈਤੇ सीधे ना ला के क्या रंगरेटा गुरु का ते उस तो बाद भाई जैता जी ने खंडे बाटे की पहल नहीं खंडे बाटे की पहल लैके सिंह बनिया ते भाई जैता जी तो उन्हां दा नाम भाई साहब भाई जीवन सिंह ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ शहीद भाई जीवन सिंह शहीद नाल सब लगे होंगे क्योंकि वो चमचौर की गढ़ी दे विच गुरु गोबिंद सिंह जी दे साहिबजादियां दे नाल मोढे नाल मोढा ला के जो जंग लड़ते पे सीगे उस समय जंग लड़दियां उन्हां ने शहादत दा जिहड़ा जाम कीता ते ਅਸੀਂ ਕਹਿੰਦੇ आ शहीद की जो मौत है वो कौम की हयात है हयात तो हयात है वो मौत भी हयात अखियत जिंदगी शहीद की जो मौत है वो कौम की जिंदगी है हयात शहीद की जो मौत है वो कौम की हयात है हयात तो हयात है वो मौत भी हयात है ये भाई जीवन सिंह जी तो आगे चलिए बाबा बोता सिंह से बाबा गज्जा सिंह ये तो पहला एक और जो गुरु गोबिंद सिंह जी महाराज डल्ले की धरती ते उन्होंने भाई साहब भाई डल्ले वालों दी बंदूक का टेस्ट करना सीगा डल्ले ने कहा सी भाई बंदूक का निशाना अचूक है ते गुरु गोबिंद सिंह महाराज ने कहा लिया अपने सेनापति लेके आ ते सारे दौड़ गए सीगे फिर गुरु साहब ने आवाज मारी भाई वीर सिंह ते भाई तीर सिंह वो भी गुरु के रंगे रखे सीगे मैं दसन लगा कौन कौन आगे चलिए भाई वीर सिंह से भाई तीर सिंह डल्ले की धरती के वो भी गुरु के रंगरेटे सीगे बाबा बोता सिंह से बाबा गरजा सिंह हां बोता सिंह रंगरेटे नहीं सी वो संधू जट सीगे लेकिन उन्हां दे नाल जेडे भाई गरजा सिंह सीगे फिर एक गल होर देखो जी
ਅੱਜ ਸਾਡੇ ਲਾਗੇ ਕੋਈ ਮਜਬੀ ਸਿੱਖ ਆ ਕੇ ਬੈਠ ਜਾਵੇ, ਅਸੀਂ ਉਹਨੂੰ ਪਰੇ ਕਰ ਦਿੰਦੇ ਹਾਂ। ਸਿੱਖੋ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤੋਂ, ਉਹਨਾਂ ਦੋਨਾਂ ਨੇ ਨਾਕੇ ਲਾਏ, ਇੱਕ ਜੱਟ ਤੇ ਇੱਕ ਰੰਗਰੇਟਾ, ਦੋਨਾਂ ਦਾ ਕਿੰਨਾ ਪਿਆਰ, ਦੋਨਾਂ ਦੀ ਸ਼ਹਾਦਤ, ਦੋਨੋਂ ਪਿੱਠਾਂ ਜੋੜ ਕੇ ਮੁਗਲਾਂ ਦੇ ਨਾਲ ਲੜਦੇ ਪਏ, ਪਿੱਠਾਂ ਜੋੜ ਕੇ ਦੋਨਾਂ ਨੇ ਮੁਗਲਾਂ ਦਾ ਮੁਕਾਬਲਾ ਕੀਤਾ। ਉਹ ਗੱਲ ਵੱਖਰੀ ਹੈ, ਉਹਨਾਂ ਦੀ ਸ਼ਹਾਦਤ ਹੋਈ ਹੈ ਕਿਉਂਕਿ ਮੁਗਲਾਂ ਦੀ ਫੌਜ ਜ਼ਿਆਦਾ। ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਦਾ ਪਿਆਰ ਸਾਡਾ ਸਾਰਿਆਂ ਦੇ ਵਾਸਤੇ ਹੋਣਾ ਚਾਹੀਦਾ। ਇੱਥੇ ਤਾਂ ਆਵਾਜ਼ ਆ ਰਹੀ ਹੈ, ਸਾਥ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਲਿਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਲਿਓ ਤਿਨ ਹੀ ਪ੍ਰਭ। ਇਹ ਪਿਆਰ ਦੇ ਵਿੱਚੋਂ ਜਿਹੜੀ ਸਾਰੀ ਖੇਡ ਹੈ ਨਾ, ਉਹ ਸਾਰੀ ਨਿਕਲੀਆਂ। ਬਾਬਾ ਬੋਤਾ ਸਿੰਘ ਸੰਧੂ ਜੱਟ ਤੇ ਬਾਬਾ ਗਰਜਾ ਸਿੰਘ ਦੀ ਸਤਿਕਾਰ ਜੋ ਇਹ ਗੁਰੂ ਕਰਦੇ ਆ ਰੰਗਰੇਟੇ ਮਜਬੀ ਸਿੰਘ, ਜਿਨ੍ਹਾਂ ਨੇ ਮਜਬੀ ਸਿੰਘ ਕਿਹਾ ਗਿਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਮਜਬ ਧਾਰਨ ਕੀਤਾ, ਗੁਰੂ ਅਰਜਨ ਦੇਵ ਜੀ ਦਾ ਮਜਬ ਧਾਰਨ ਕੀਤਾ ਆ ਕੇ ਰੰਗਲਾ ਤੋਂ, ਉਹਨਾਂ ਨੂੰ ਮਜਬੀ ਸਿੰਘ ਆ ਕਰਕੇ ਕਿਹਾ ਗਿਆ। ਅੱਗੇ ਚਲੀਏ, ਜਸਵੰਤ ਰਾਏ ਦਾ ਕਤਲ ਜਿਨ੍ਹਾਂ ਨੇ ਕੀਤਾ, ਭਾਈ ਨਿਬਾਹੂ ਸਿੰਘ, ਉਹ ਰੰਗਰੇਟਾ ਸੀ, ਗੁਰੂ ਦਾ ਬੇਟਾ ਸੀ, ਉਹ ਵੀ ਜਿਹਨੇ ਜਸਵੰਤ ਰਾਏ ਦਾ ਸਿਰ ਵੱਢਿਆ ਤੇ ਸਿਰ ਵੱਢ ਕੇ ਉਹਨਾਂ ਨੇ ਲਿਆ ਕੇ ਪੇਸ਼ ਕੀਤਾ। ਔਰ ਉਹਦੇ ਸਿਰ ਵੱਢਣ ਤੋਂ ਬਾਅਦ ਵਿੱਚ ਉਹਦਾ ਭਰਾ ਲਖਪਤ ਰਾਏ ਨੇ ਜਦੋਂ ਜ਼ਕਰੀਆ ਖਾਨ ਨੂੰ ਕਿਹਾ, ਤੇ ਜ਼ਕਰੀਆ ਖਾਨ ਨੂੰ ਕਿਹਾ ਕਿ ਜਿਹੜਾ ਮੰਡ ਕਾਨੂੰ ਮਾਨ ਗੁਰਦਾਸਪੁਰ ਵਿੱਚ ਜਿਹੜਾ ਛੋਟਾ ਘੱਲੂਘਾਰਾ ਹੋਇਆ, ਉਹ ਜਸਵੰਤ ਰਾਏ ਦੇ ਸਿਰ ਵੱਢਣ ਤੋਂ ਬਾਅਦ ਵਿੱਚ ਹੋਇਆ ਸੀ। ਕਿਉਂਕਿ ਜਸਵੰਤ ਰਾਏ ਨੇ ਕਿਹਾ ਸੀਗਾ, ਮੈਂ ਆਪਣੀ ਪੱਗ ਤਾਂ ਲਾਵਾਂਗਾ ਜੇ ਮੈਂ ਸਿੱਖਾਂ ਦਾ ਸਰਵਨਾਸ਼ ਕਰ ਦਿਆਂਗਾ। ਤੇ ਫਿਰ ਭਾਈ ਨਿਬਾਹੂ ਸਿੰਘ ਨੇ ਕਿਹਾ, ਤੈਨੂੰ ਪੱਗ ਲਾਉਣ ਦੀ ਲੋੜ ਨਹੀਂ, ਤੇਰਾ ਸੀਸ ਹੀ ਲਾ ਦੇਣਾ ਹੈ, ਪੱਗ ਲਾਉਣ ਦੀ ਲੋੜ ਨਹੀਂ, ਤੇਰਾ ਸੀਸ ਹੀ ਲਾ ਦੇਣਾ ਹੈਗਾ, ਤੂੰ ਪੱਗ ਨਾ ਲਾ, ਪੱਗ ਬੰਨੀ ਰੱਖ ਤੂੰ, ਪਰ ਅਸੀਂ ਤੇਰਾ ਸਿਰ ਹੀ ਵੱਢ ਕੇ ਕਦੇ ਖਤਮ ਕਰ ਦੇਣਾ, ਪੱਗ ਨੂੰ ਕੁਝ ਕਹਿਣਾ ਨਹੀਂ ਹੈਗਾ। ਇਹ ਭਾਈ ਨਿਬਾਹੂ ਸਿੰਘ ਜਿਹੜੇ ਹੋਏ ਆ ਨਾ, ਇਹ ਵੀ ਗੁਰੂ ਕੇ ਰੰਗਰੇਟੇ ਹੋਏ ਆ। ਸੋ ਸਾਧ ਸੰਗਤ ਜੀ, ਇਸ ਤੋਂ ਅੱਗੇ ਚੱਲੀਏ, ਕਾਫੀ ਇਤਿਹਾਸ ਜਿਹੜਾ ਇਹਨਾਂ ਦਾ ਹੈ, ਉਹ ਜਿਹੜਾ ਪੜਚੋਲਿਆ ਨਹੀਂ ਗਿਆ, ਉਹਤੇ ਖੋਜ ਨਹੀਂ ਕੀਤੀ ਗਈ। ਮੇਰੇ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਸੀ ਨਾ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ। ਉਹਨਾਂ ਨੇ ਵੀ ਕਿਹਾ, ਜੇ ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤੇ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਤੇ ਗੁਰੂ ਗੋਬਿੰਦ ਸਿੰਘ ਜੀ ਵੀ ਕਹਿ ਰਹੇ ਆ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ। ਕਹਿੰਦੇ ਆ ਜਿਹੜਾ ਤੁਸੀਂ ਕਹਿੰਦੇ ਦੁਰਕਾਰਿਆ ਨਾ, ਮੈਂ ਇਹਨਾਂ ਦੀ ਬਦੌਲਤ ਹੀ ਕਹਿੰਦੇ ਅੱਜ ਮੈਂ ਗੋਬਿੰਦ ਸਿੰਘ ਜੀ ਬਣਿਆ ਹੋਇਆ। ਸੋ ਸਾਧ ਸੰਗਤ ਜੀ, ਇੱਕ ਬੇਨਤੀ ਕਰਕੇ ਮੈਂ ਸੰਪਤ ਦਾ ਵਧਾਵਾਂਗਾ, ਕਿਉਂਕਿ ਭਾਈ ਸਾਹਿਬ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਜਗਤਾਰ ਸਿੰਘ ਜੀ ਨੇ ਵੀ ਦੋ ਚਾਰ ਬੇਨਤੀਆਂ ਕਰੀ। ਮੈਂ ਉਸ ਤੋਂ ਬਾਅਦ ਆਪਾਂ ਨਾਮ ਸਾਹਿਬ ਪੜ੍ਹਨਾ ਨਾ, ਉਸ ਤੋਂ ਬਾਅਦ ਆਪਾਂ ਨਾਮ ਸਾਹਿਬ ਨਾਲ ਸਾਂਝ ਪਾਵਾਂਗੇ। ਇੱਕ ਬੇਨਤੀ ਮੈਂ ਕਰਨੀ ਚਾਹੁੰਦਾ, ਉਹ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਬਾਣੀ ਦੇ ਨਾਲ, ਮੈਂ ਰਾਤ ਨੂੰ ਬੇਨਤੀ ਕੀਤੀ ਸੀ, 8 ਮਿੰਟ ਲੱਗਦੇ ਆ ਜੀ 4 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਨ ਇੱਕ ਦਿਨ ਦੇ ਵਿੱਚ, ਕਿਉਂਕਿ ਇੱਕ ਜਿਹੜਾ ਪਾਠੀ ਹੈ ਉਹ 2 ਘੰਟੇ ਦੇ ਵਿੱਚ 60 ਅੰਗ ਕਰ ਜਾਂਦਾ ਹੈ, ਤੇ 60 ਅੰਗ ਮੀਨਸ 2 ਮਿੰਟ, ਤੇ 4 ਅੰਗ ਮੀਨਸ 8 ਮਿੰਟ, ਤੇ ਅਸੀਂ 1 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਦਰਸ਼ਨ ਕਰ ਸਕਦੇ ਹਾਂ। 8 ਮਿੰਟ ਰੋਜ਼ਾਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੱਢੀਏ, ਸਾਨੂੰ ਪਤਾ ਲੱਗੇ। ਔਰ ਦੇਖੋ ਫਿਰ ਦੂਸਰੀ ਗੱਲ, ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਜਿਹੜੀ ਆਪਣੀ ਸੋਚ ਹੈ, ਇੱਕ ਜਗ੍ਹਾ ਘਰ ਦੇ ਵਿੱਚ ਪੱਕੀ ਨੀਅਤ ਕਰੋ। ਅਸੀਂ ਨੀਅਤ ਨਹੀਂ ਕਰ ਸਕਦੇ ਕਿਉਂਕਿ ਸਾਡੀਆਂ ਰੋਟੀਆਂ ਤੇ ਪਤਾ ਨਹੀਂ ਕਿਤੇ ਕਿਤੇ ਹੁੰਦੀਆਂ। ਹੁਣ ਜਾਣਾ ਮੈਂ 12-13 ਦੀ ਹਾਜ਼ਰੀ ਦਾਸ ਦੀ ਬੰਗਲਾ ਸਾਹਿਬ ਹੈ, 12 ਦੀ ਬੰਗਲਾ ਸਾਹਿਬ, 13 ਦਾ ਸੀਸਗੰਜ ਸਾਹਿਬ, ਉਸ ਤੋਂ ਬਾਅਦ ਅਕਤੂਬਰ ਦਾ ਮਹੀਨਾ ਫਿਰ ਪੂਰਾ ਦਿੱਲੀ ਵਿੱਚ ਬੁੱਕ ਹੈ। ਅਸੀਂ ਨਹੀਂ ਬਾਣੀ ਇੱਕ ਥਾਂ ਤੇ ਟੇਕ ਕੇ ਪੜ੍ਹ ਸਕਦੇ, ਪਰ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਬਾਣੀ ਹੈ ਨਾ, ਉਹ ਇੱਕ ਥਾਂ ਤੇ ਟੇਕ ਕੇ ਪੜ੍ਹੋ, ਕਿਉਂਕਿ ਬਾਣੀ 2 ਚੀਜ਼ਾਂ ਦੇ ਬੜਾ ਅਸਰ ਕਰਦੀ ਹੈ, ਇੱਕ ਪਾਣੀ ਤੇ ਇੱਕ ਮਿੱਟੀ ਤੇ। ਜਿਸ ਦੇ ਕੋਲ ਬਾਣੀ ਪੜਾਂਗੇ, ਪਾਣੀ ਦੇ ਕੋਲ ਪੰਜ ਪਿਆਰੇ ਬਾਣੀ ਪੜ੍ਹਦੇ, ਪਾਣੀ ਹੁੰਦਾ ਨਾ, ਤੇ ਉਹ ਪਾਣੀ ਜਿਹੜਾ ਪਾਣੀ ਨੂੰ ਰਹਿ ਜਾਂਦਾ, ਉਹ ਅੰਮ੍ਰਿਤ ਬਣ ਜਾਂਦਾ। ਤੇ ਜਦੋਂ ਇਸ ਮਿੱਟੀ ਦੇ ਬੈਠ ਕੇ ਅਸੀਂ ਬਾਣੀ ਪੜਾਂਗੇ ਨਾ, ਉਹ ਬਾਣੀ ਦੀਆਂ ਤਰੰਗਾਂ ਸਾਡੇ ਸਰੀਰ ਚੋਂ ਉਸ ਮਿੱਟੀ ਦੇ ਵਿੱਚ ਜਾਣਗੇ। ਤੁਸੀਂ ਕਿ ਦੇਖਿਆ ਕਿ ਜਿਹੜੇ ਮਹਾਂਪੁਰਸ਼ਾਂ ਦੀਆਂ ਆਪਾਂ ਦੇਖਦੇ ਹਾਂ ਤਸਵੀਰਾਂ, ਉਹਨਾਂ ਦੇ ਸਰੀਰ ਦੇ ਪਿੱਛੇ ਇੱਕ ਔਰਾ ਜਿਹਾ ਹੁੰਦਾ, ਉਹ ਉਹਨਾਂ ਦੇ ਸਰੀਰ ਚੋਂ ਨਿਕਲੀਆਂ ਹੋਈਆਂ ਵੇਵਸ ਹੈ, ਉਹ ਉਹਨਾਂ ਦੇ ਸਰੀਰ ਚੋਂ ਨਿਕਲੀਆਂ ਹੋਈਆਂ ਤਰੰਗਾਂ ਹੈ। ਚਿੜੀ ਝੂਠੀ ਬਾਣੀ ਕਹਿੰਦੀ ਪਈ ਹੈ ਕਿ ਤਰੰਗਾਂ ਨਿਕਲਦੀਆਂ ਬਾਣੀ ਜਿਹੜੇ ਪੜ੍ਹਦੇ ਆ। ਚਿੜੀ ਝੂਠੀ ਉਹ ਫੁੱਟੀ, ਉਹ ਫੁਟਾਲਾ ਹੋਇਆ, ਚਿੜੀਆਂ ਬੋਲੀਆਂ, ਚਿੜੀ ਝੂਠੀ ਉਹ ਫੁੱਟੀ, ਬੱਕਰ ਬਹੁਤ ਰੰਗ ਪੁੱਛੀਏ ਚਿੜੀਆਂ ਨੂੰ ਵੀ ਤੁਹਾਨੂੰ ਅੰਮ੍ਰਿਤ ਵੇਲੇ ਕੀ ਹੋ ਗਿਆ, ਤੁਸੀਂ ਕਦੋਂ ਰੌਲਾ ਪਾਇਆ ਵੀ ਹਲੇ ਤੇ ਅੰਮ੍ਰਿਤ ਵੇਲੇ ਦੁਨੀਆ ਸੁੱਤੀ ਪਈ ਹੈ, ਤੁਸੀਂ ਕਿਉਂ ਰੌਲਾ ਪਾਉਂਦੀਆਂ ਪਈਆਂ। ਉਹ ਫਿਰ ਚਿੜੀਆਂ ਕਹਿੰਦੀਆਂ ਸਾਡੇ ਸਰੀਰ ਦੇ ਵਿੱਚ
ਤਰੰਗਾਂ ਆਈਆਂ, ਸਾਡੇ ਸੀਜ ਵੇਵਸ ਆਈਆਂ, ਚਿੜੀ ਚੁਕੀ ਪੋਫੀ ਬੱਗਰ ਬਹੁਤ ਤਰੰਗ ਤਰੰਗਾਂ ਆਈਆਂ। ਤਰੰਗਾਂ ਕਿੱਥੋਂ ਆਈਆਂ? ਅਚਰਜ ਰੂਪ ਸੰਸਨ ਰਚੇ, ਅਚਰਜ ਰੂਪ ਸੰਸਨ ਰਚੇ। ਕਿਦਾਂ? ਨਾਨਕ ਨਾਮੇ ਰੰਗ, ਜਦੋਂ ਗੁਰੂ ਨਾਨਕ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਉਦੋਂ ਉਹਨਾਂ ਦੇ ਕਹਿੰਦੇ ਅਚਰਜ ਰੂਪ ਰਚੇ ਤੇ ਉਹਨਾਂ ਦੇ ਵਿੱਚੋਂ ਤਰੰਗਾਂ ਆਈਆਂ। ਉਹ ਤਰੰਗਾਂ ਜਿਹੜੀਆਂ ਸੀ ਉਹ ਚਿੜੀਆਂ ਅੰਦਰ ਆਈਆਂ। ਹੁਣ ਅੱਗੇ ਬਾਣੀ ਕਹਿੰਦੀ ਚਿੜੀਆਂ ਬੋਲਦੀਆਂ ਕੀ? ਅੱਧ ਗੁੱਲਾ ਚਿੜੀ ਕਾ ਚੁਗਣ ਗੈਨ ਚਿੜੀ ਬਿਲ ਲਾਏ। ਖੁਰਾਕ ਉਹਦੀ ਕਿੰਨੀ ਹੈ? ਅੱਧ ਗੁੱਲਾ, ਰੋਟੀ ਦਾ 10ਵਾਂ ਹਿੱਸਾ। ਅੱਧ ਗੁੱਲਾ ਚਿੜੀ ਕਾ ਚੁਗਣ ਗੈਨ ਚਿੜੀ ਬਿਲ ਲਾਏ। ਉੱਚੀ ਜਾ ਕੇ ਆਵਾਜ਼ਾਂ ਮਾਰਦੀ ਹੈ, ਅੱਧ ਗੁੱਲਾ ਚਿੜੀ ਕਾ ਚੁਗਣ ਗੈਨ ਚਿੜੀ ਬਿਲ ਲਾਏ। ਖਸਮੇ ਭਾਵੇ ਉਹੀ ਚੰਗਾ, ਚੰਗੀ ਜੋ ਕਰੇ ਖੁਦਾਏ ਖੁਦਾਏ। ਖਸਮ ਉਹੀ ਚੰਗੀ ਲੱਗਦੀ ਹੈ ਜਿਹੜੀ ਖੁਦਾ ਦਾ ਨਾਮ ਲੈਂਦੀ ਹੈ। ਮੈਂ ਰਾਤ ਨੂੰ ਬੇਨਤੀ ਕੀਤੀ, ਗੁਰਦੁਆਰਾ ਆਉਣ ਲੱਗਿਆ ਆਪਣੀਆਂ ਗੱਲਾਂ ਬੰਦ ਕਰ ਦਈਏ। ਗੁਰਦੁਆਰੇ ਆਉਣ ਲੱਗਿਆ ਆਪਣੀਆਂ ਗੱਲਾਂ ਬੰਦ ਕਰ ਦਈਏ। ਇੱਕ ਪਿਆਰ ਨਾਲ ਵਾਹਿਗੁਰੂ ਦੇ ਦੂਜੇ ਨਾਲ ਗੁਰੂ ਉਹ ਸਿਮਰਨ ਆਪਾਂ ਚਲਾਈਏ। ਘੱਟੋ ਘੱਟ ਤੁਸੀਂ ਮਹੀਨਾ ਡੇਢ ਮਹੀਨਾ ਇਹ ਕਾਰਜ ਕਰਕੇ ਦੇਖੋ। ਗੱਡੀ ਚਲਾਉਂਦੇ ਆ, ਕਾਰਜ ਕਰਦੇ ਆ, ਅੱਜ ਤੇ ਬੜੇ ਸਿਸਟਮ ਆ ਗਿਆ ਜੀ। ਘਰਾਂ ਦੇ ਵਿੱਚ ਬਾਣੀ ਅਸੀਂ ਚਲਾ ਸਕਦੇ ਆ ਤੇ ਉਹ ਬਾਣੀ ਦੇ ਨਾਲ ਆਪਣੀ ਜ਼ਬਾਨ ਵੀ ਨਾਲ ਚਲਾਈਏ। ਸਾਡਾ ਫਿਰ ਕੀ ਹੋਏਗਾ? ਇਹ ਲੋਕ ਸੁਚੇ ਪਰ ਲੋਕ ਸੁਵੇਲੇ ਨਾਨਕ ਹਰ ਪ੍ਰਭ ਆਪੇ ਵੇਲੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਦਾਸ ਨੂੰ ਸੰਤ ਪ੍ਰੇਮ ਸਿੰਘ ਜੀ ਦੀ ਬਰਸੀ ਤੇ ਆਣਾ ਸੀ, ਲੇਕਿਨ ਕੁਝ ਵਿਘਨਾ ਕਰਕੇ ਲੇਟ ਹੋ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਖਾਸ ਤੌਰ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਅਸੀਂ ਲਿਖਿਆ ਹੋਇਆ ਵੀ ਨਾਮ ਨਹੀਂ ਲੈਣਾ, ਲੇਕਿਨ ਫਿਰ ਵੀ ਕੀ ਕਰੀਏ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ 1200 ਰੁਪਏ ਮਿਲਦੇ ਸੀ ਸਾਲ ਦੇ, ਸੇਵਾ ਕਰਦੇ ਸੀ। ਜਿਨ੍ਹਾਂ ਨੇ ਸੇਵਾ ਕੀਤੀ ਹੈ ਜੀ, ਜਿਨ੍ਹਾਂ ਨੇ ਸੰਗਤ ਦੇ ਇੰਨੀ ਪਿਆਰੀ ਸੰਗਤ ਦੇ ਦਰਸ਼ਨ ਕਰਾਏ ਹੈ, ਉਹਨਾਂ ਦਾ ਨਾਮ ਲੈਣ ਨੂੰ ਦਿਲ ਕਰਦਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਇੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਆਈਆਂ ਹੋਈਆਂ ਸੰਗਤਾਂ ਦਾ ਜਿਨ੍ਹਾਂ ਨੇ ਪਿਆਰ ਦੱਸਿਆ। ਇਹ 8ਵੀਂ ਦਾਸ ਦਾ ਦੀਵਾਨ ਹੈ ਯੂਰਪ ਦੀ ਧਰਤੀ ਤੇ। ਕੱਲ ਨੂੰ ਦਾਸ ਦੀ ਫਲਾਈਟ ਹੈ। ਫਿਰ ਜਦੋਂ ਕਿਤੇ ਮਹਾਰਾਜ ਨੇ ਸੰਜੋਗ ਬਖਸ਼ਿਆ ਆਪ ਜੀ ਦੇ ਚਰਨ ਪਰਸਨ ਆਵਾਂਗੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਭਾਈ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਦੁਨੀਆਂ ਭੁੱਲਾਂ ਚੁੱਕਾਂ ਕਿਵੇਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग टल धन धन सतगुरु साहिब श्री गुरु ग्रंथ साहिब जी का आनंद माणे। गुरु प्यारी साध संगत जी, एक बार फिर फतेह की सांझ पाइए। दोनों हाथ जोड़ के सतगुरां दे चरणों में सीस झुका के फतेह बुलाइए जी। वाहिगुरू जी का खालसा, वाहिगुरू जी की फतेह। धुर की बाणी आई तिन सगली चिंत मिटाई। जिहदे खंड पाठ साहब दे जाप परसों तो लैके आरंभ होए सी, कल मद सी ते अज संसूरता साहिब भोग पाए। बहुत ही अपार किरपा हुई सतगुर सच्चे पातशाह दी। इन्हां खंड पाठां दी सेवावां सरदार हरभजन सिंह संधू परिवार वालों बड़े प्यार सहित कीतियां। तीनों दिन ही सतगुरां दे चरण परसे अपने तन मन धन नाल सेवा की। सतगुर सच्चे पातशाह किरपा करन। जो अज महान समागम धन धन बाबा जीवन सिंह जी शहीद, जिन्होंने बाबा जैता जी भी कहते हैं, जिन्होंने आप रंगरेटे गुरु के बेटे, इस आस्ट्रेलिया की धरती से पहली बार हो बाबा जीवन सिंह का इतिहास जो भाई साहब भाई कुलविंदर सिंह जी चेचे तौर पर बड़े दूरों डूंघाई तो नहीं सानू पूरा जीवन दसिया। अज तक पहली बार ये हो बाबा जीवन सिंह का इतिहास जोड़ा कि सिख इतिहास और गुर इतिहास सानू दड़ाया। बहुत ही भागा वाले सी बाबा जैता जी, जिन्होंने धन गुरु नौवें पातशाह गुरु तेग बहादुर महाराज का सीस अपना हिक दे नाल मिलिया। और किन्ने भाग चंगे सी उन्होंने जिन्हें 10वें पातशाह उन्होंने हिक नाल लाया ते नाल हुक्म कीता रगरेटे गुरु के बेटे। एडा बड़ा मान सारिया संगतां होर भी उस समय जरनैल सीगे, बड़े महाराज के निकटवर्ती सिंह सीगे, 5 प्यार सी, 4 साल सी, होर भी बड़ा सिख सिया सी, पर मान सतगुरां दा रंगरेटे गुरु के बेटे। इसे तरह बाबा संगत सिंह जी नूं महाराज ना